ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੀਆ ਪਲੱਸ USA। ਮੈਂ ਮਨਪ੍ਰੀਤ ਕੌਰ ਤੁਹਾਡੇ ਲਈ ਲੈ ਕੇ ਆਈ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ। ਜਲੰਧਰ ਵਿੱਚ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਾਤ ਨਾਜ਼ੁਕ। ਕਰਤਾਰ ਗੈਸਟ ਹਾਊਸ ਵਿੱਚ ਪੁਲਿਸ ਨੇ ਮਾਰਿਆ ਛਾਪਾ, ਕੀਤੇ ਮੁੰਡੇ ਕੁੜੀਆਂ ਕਾਬੂ। ਨਰਸਾਂ ਤੋਂ ਬਾਅਦ ਅੱਜ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਵਿੱਚ ਲਗਾਇਆ ਧਰਨਾ, ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ। ਆਟੋ ਤੇ ਟਰੱਕ ਦੀ ਹੋਈ ਟੱਕਰ, ਲੱਗੀਆਂ ਗੰਭੀਰ ਸੱਟਾਂ। 2022 ਦੀਆਂ ਚੋਣਾਂ ਨਾਲ ਹੋਵੇਗਾ ਪੰਜਾਬ ਦਾ ਭਵਿੱਖ ਤੈਅ, ਕਰਨੈਲ ਸਿੰਘ। ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਸਟੇਟ ਯੂਨੀਵਰਸਿਟੀ ਦਾ ਕੀਤਾ ਉਦਘਾਟਨ। ਇੱਕ ਵਾਰ ਫਿਰ ਅਧਿਆਪਕਾਂ ਨੇ ਘੇਰਿਆ ਸਿੱਖਿਆ ਮੰਤਰੀ ਦਾ ਘਰ, ਹੋਇਆ ਲਾਠੀਚਾਰਜ। ਕੁਲਜੀਤ ਨਾਗਰਾ ਨੇ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਸਨਮਾਨਿਤ ਕਰਨ ਤੇ ਚੁੱਕੇ ਸਵਾਲ। ਜਲੰਧਰ ਵਿੱਚ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਾਤ ਨਾਜ਼ੁਕ। ਜਲੰਧਰ ਵਿੱਚ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਬਣੀ ਨਾਜ਼ੁਕ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਹੈ ਤੁਹਾਡਾ? ਜੈ ਵੀਰ। ਕੀ ਗੱਲ ਹੋਈ? ਕਿੱਥੇ ਕਰਕੇ ਝਗੜਾ ਹੋਇਆ ਤੁਹਾਡਾ? ਕਰੋਲ ਬਾਗ ਹੋਇਆ ਜੀ। ਕਿਹਨਾਂ ਦੇ ਨਾਲ ਝਗੜਾ ਹੋਇਆ? ਮੁੰਡੇ ਸੀਗੇ ਜੀ ਮੁਹੱਲੇ ਦੇ ਸਾਡੇ, ਉਹ ਦੋ ਭਰਾ ਆ ਸਕੇ, ਕਟਿੰਗ ਦੀ ਦੁਕਾਨ ਆ ਉਹਨਾਂ ਦੀ, ਨਾਈ ਆ ਉਹ ਸੀਗੇ ਜੀ ਨਾਲ, ਉਹਦੇ ਹੋਰ ਮੁੰਡੇ ਸੀਗੇ, ਮੁੰਡੇ ਮੈਂ ਪਛਾਣ ਲਏ ਆ। ਕੀ ਨਾਮ ਕੀ ਉਹਨਾਂ ਦਾ? ਬਲਦੇਵ ਤੇ ਦਿਨੇਸ਼ ਆ ਜੀ ਉਹਨਾਂ ਦਾ। ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ? ਮੇਰੇ ਉੱਤੇ ਦਾਤਰ ਮਾਰੇ ਜੀ ਉਹਨਾਂ ਨੇ, ਤੇ ਪਿਸਤੌਲ ਇੱਕ ਨੇ ਕੱਢਿਆ ਤੇ ਮੇਰੇ ਵੱਲ ਨੂੰ ਕੀਤਾ, ਤੇ ਦੂਜੇ ਨੇ ਉਹਦੇ ਹੱਥੋਂ ਖੋਹ ਲਿਆ। ਉਹ ਕਹਿੰਦਾ ਨਹੀਂ ਇਹ ਨਹੀਂ ਚਲਾਣਾ, ਮਰ ਜੂਗਾ ਇਹ ਨਹੀਂ ਚਲਾਣਾ। ਲੜਾਈ ਦਾ ਕੋਈ ਕਾਰਨ? ਲੜਾਈ ਦਾ ਭਾਈ ਮੈਂ ਖੜਾ ਪਿਆ ਜੀ, ਮੇਰੇ ਆ ਕੇ ਦਾਤ ਮਾਰੇ, ਮੈਨੂੰ ਨਹੀਂ ਪਤਾ। ਕੋਈ ਤੁਹਾਡਾ ਪਹਿਲੇ ਵੀ ਝਗੜਾ ਹੋਇਆ ਸੀਗਾ? ਪਹਿਲਾਂ ਭਾਈ ਯਾਰ ਕੋਈ ਗੱਲ ਨਹੀਂ ਹੋਈ, ਅੱਜ ਮੇਰੇ ਉੱਥੇ ਖੜਾ ਪਿਆ, ਮੇਰੇ ਆ ਕੇ ਉਹਨਾਂ ਨੇ ਆਪ ਹੀ ਮਾਰੇ ਆ, ਮੈਨੂੰ ਕੁਛ ਨਹੀਂ ਪਤਾ, ਮੈਨੂੰ ਇਕੱਲੇ ਨੂੰ ਪੈ ਗਿਆ। ਤੁਹਾਡਾ ਪਹਿਲੇ ਵੀ ਕੋਈ ਝਗੜਾ ਹੋਇਆ ਸੀ? ਪੁਰਾਣੀ ਰੰਜਿਸ਼ ਹੈ ਕੋਈ? ਨਹੀਂ ਭਾਈ, ਪਹਿਲਾਂ ਤਾਂ ਆਪਣਾ ਰਾਜੀਨਾਮਾ ਹੋਇਆ ਪਿਆ, ਕੋਈ ਰੰਜਿਸ਼ ਨਹੀਂ ਹੈਗੀ, ਸਾਰਾ ਰਾਜੀਨਾਮਾ ਆਪਣਾ ਜਾ ਕੇ ਹੋਇਆ ਪਿਆ। ਹੁਣ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਤੁਹਾਡੇ ਵੱਲੋਂ? ਹਾਂਜੀ ਭਾਈ, ਪੁਲਿਸ ਨੂੰ ਕੋਈ CCTV ਫੁਟੇਜ ਹੈ ਉੱਥੇ? ਉੱਥੇ ਕੈਮਰਾ ਲੱਗਾ ਹੈ ਜੀ, ਦੇਖਦੇ ਆ ਜੇ ਰਿਕਾਰਡਿੰਗ ਨਿਕਲਦੀ ਹੈ ਤਾਂ ਜ਼ਰੂਰ ਦੇਵਾਂਗੇ। ਟੋਟਲ ਕਿੰਨੇ ਕੁ ਜਣਿਆਂ ਨੇ ਹਮਲਾ ਕੀਤਾ ਤੁਹਾਡੇ ਤੇ? ਮੈਨੂੰ ਪਏ ਆ ਜੀ 15 ਤੋਂ 17 ਜਣੇ ਪਏ ਆ। ਕਰਤਾਰ ਗੈਸਟ ਹਾਊਸ ਵਿੱਚ ਪੁਲਿਸ ਨੇ ਮਾਰਿਆ ਛਾਪਾ, ਕੀਤੇ ਮੁੰਡੇ ਕੁੜੀਆਂ ਕਾਬੂ। ਜਲੰਧਰ ਕਰਤਾਰ ਗੈਸਟ ਹਾਊਸ ਵਿੱਚ ਚੱਲ ਰਹੇ ਜਿਸਮ ਫਰੋਸ਼ੀ ਤੇ ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਮੁੰਡੇ ਅਤੇ ਕੁੜੀਆਂ ਨੂੰ ਕਾਬੂ ਕੀਤਾ ਗਿਆ। ਸਾਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਕਰਤਾਰ ਦਾ ਹੋਟਲ ਹੈਗਾ, ਇਹਦੇ ਵਿੱਚ ਕੋਈ ਕੁੜੀਆਂ ਮੁੰਡੇ ਜਿਹੜੇ ਕਿ ਨਜਾਇਜ਼ ਤੌਰ ਤੇ ਆਉਂਦੇ ਜਾਂਦੇ ਨੇ। ਸਾਡੇ ਇਸ ਹੋਟਲ ਦੇ ਮਾਲਕ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਵੀ ਇੱਥੇ ਮਹੱਲਾ ਵਸਦਾ, ਮਹੱਲੇ ਵਿੱਚ ਇਹ ਗਲਤ ਕੰਮ ਹੋਣਾ ਚੰਗਾ ਨਹੀਂ ਲੱਗਦਾ, ਕਿ ਤੁਸੀਂ ਆਪ ਵਕੀਲ ਹੈਗੇ ਹੋ, ਤੁਹਾਨੂੰ ਆਪ ਚਾਹੀਦਾ। ਸਾਡੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਇਸ ਬੰਦੇ ਨੇ ਇਹ ਹੋਟਲ ਨੂੰ ਕੋਈ ਬੰਦ ਨਹੀਂ ਕੀਤਾ, ਨਾ ਕੋਈ ਚੇਂਜ ਕੀਤਾ ਇਹਦਾ। ਫਿਰ ਮਹੱਲੇ ਨੇ ਮੇਰੇ ਕੋਲ ਅੱਜ ਆਏ ਨੇ ਜੀ, ਇੱਦਾਂ ਤਾਂ ਕੁੜੀਆਂ ਮੁੰਡੇ ਅੰਦਰ ਬੜੇ ਆ, ਅਤੇ ਆਪਾਂ ਅੱਜ ਇਹਨਾਂ ਨੂੰ ਮਤਲਬ ਜਿਹੜੀ ਕਾਰਵਾਈ ਬੰਦੀ ਕਾਨੂੰਨੀ ਕਾਰਵਾਈ ਉਹ ਉਸ ਤਰੀਕੇ ਨਾਲ ਅਸੀਂ ਇਹਨੂੰ ਹੋਟਲ ਨੂੰ ਬੰਦ ਕਰਾ ਲਾਂਗੇ। ਅਤੇ ਜੋ ਇਹਦੇ ਫੈਂਸ ਬੰਦੇ ਆ, ਅਸੀਂ ਮਹੱਲੇ ਨੂੰ ਵੱਲੋਂ ਸਹਿਮਤ ਹੋ ਗਏ, ਨਾਲ ਬੰਦ ਕਰਾਵਾਂਗੇ ਨਾਲੇ, ਤੇ ਜੋ ਤਾਰਾਬੰਦੀ ਥੋੜ੍ਹੇ ਦਿਨ ਪਹਿਲਾਂ ਵੀ ਹੋਇਆ ਸੀ। ਕਾਫੀ ਲੰਬਾ ਸਮਾਂ ਹੋ ਚੁੱਕਾ, ਪੁਲਿਸ ਨੂੰ ਇਤਲਾਹ ਦਿੱਤੀ ਹੋਈ ਹੈ। ਹਾਂਜੀ ਮੇਰੇ ਸਾਹ ਘੰਟਾ ਕਰੀਬ ਹੋ ਗਿਆ ਜੀ, ਫਿਰ ਸਾਡੀ ਗੱਲ ਹੋਈ ਸੀ, ਪਰ ਪੁਲਿਸ ਹਾਲ ਤੱਕ ਮੌਕੇ 'ਤੇ ਨਹੀਂ ਪਹੁੰਚੀ। ਥੋੜ੍ਹੇ ਦਿਨ ਪਹਿਲਾਂ ਵੀ ਇਸੇ ਹੋਟਲ 'ਚੋਂ ਦੋ ਲੜਕੇ, ਥੋੜੇ ਦਿਨ ਪਹਿਲਾਂ ਵੀ ਇਹ ਵੀ ਪਤਾ ਲੱਗਾ ਏਸੀ ਹੋਟਲ ਜੋ ਆਪੱਤੀਜਨਕ ਸਮਾਨ ਨਹੀਂ ਬਰਾਮਦ ਮਿਲਿਆ, ਉਹ ਤਿਆਰ ਮਿਲਿਆ, ਦਾਤ ਬਰਾਮਦ ਹੋਇਆ। ਫਿਰ ਅਸੀਂ ਇਸੇ ਹੋਟਲ ਦੇ ਜਿਹੜੇ ਗੱਲ ਦੱਸਦਾ ਮੈਨੇਜਰ ਜੀ, ਉਹਨੂੰ ਗੱਲ ਕੀਤੀ ਵੀ ਤੁਹਾਡੇ ਅੱਜ ਹੋਟਲ 'ਚ ਅੱਜ ਦਾਤ ਲੈ ਕੇ ਬਣੇ ਆ, ਤੁਸੀਂ ਚੈੱਕ ਕਿਉਂ ਨਹੀਂ ਕਰਦੇ? ਠੀਕ ਹੈ ਜੀ। ਉਸ ਦਾ ਅੱਜ ਕੱਲ੍ਹ ਅੱਤ ਵਾਲਾ ਇੰਨਾ ਸ਼ਹਿਰ 'ਚ ਫੈਲੇ ਆ, ਟਿਫਨ ਬੰਬ ਚੱਲ ਰਹੇ ਆ, ਹੋਰ ਬੰਬ ਚੱਲ ਰਹੇ ਆ। ਕੱਲ੍ਹ ਇਸ ਹੋਟਲ 'ਚ ਕੋਈ 5,000 ਵਿਅਕਤੀ, ਕੋਈ ਅਣਪਛਾਤਾ ਵਿਅਕਤੀ, ਕੋਈ ਹਥਿਆਰ ਲੈ ਕੇ ਇਕੱਲੇ ਦਾਤ ਹੀ ਸੀਗੇ ਜਾਂ ਕੁਝ ਹੋਰ ਵੀ? ਦਾਤ ਸੀ, ਉਹ ਦਾਤ ਨੂੰ ਸਾਡੇ ਮਹੱਲੇ ਬੰਦਾ ਮਾਰ ਨੂੰ ਪਿਆ ਬੰਦਾ ਵਾਲਾ। ਭਾਜੀ ਜਿਹੜਾ ਮਕਾਨ ਹੈ ਜਿਹਨੂੰ ਹੋਟਲ ਬਣਾਇਆ ਗਿਆ, ਕਿਹਨਾਂ ਦਾ ਮਕਾਨ ਹੈ, ਕੀ ਨਾਮ ਹੈ? ਉਹ ਵਕੀਲ ਨੇ ਭਵਿੰਦਰ ਸਿੰਘ ਕਾਲੜਾ। ਉਹ ਕਿੱਥੇ ਰਹਿੰਦੇ ਨੇ? ਉਹ ਆਪ ਲਈ ਇੱਥੇ ਰਹਿੰਦੇ ਜੀ, ਉਹ ਮਕਸੂਦਾਂ ਵਾਲੀ ਸਾਈਡ ਤੇ ਰਹਿੰਦੇ ਜੀ। ਸੁਦਾਸੀ ਇਹ ਕੰਮ ਜੀ 2 ਸਾਲ ਤੋਂ ਚੱਲ ਰਿਹਾ। ਇਸ ਤੋਂ ਪਹਿਲਾਂ ਇਹਨੇ PG ਕਮਰੇ ਬਣਾਏ ਸੀ। 2 ਸਾਲ ਤੋਂ ਕੰਮ ਚੱਲ ਰਿਹਾ ਤੇ 2 ਸਾਲ ਦੇ ਵਿੱਚ 2 ਵਾਰੀ ਸ਼ਿਕਾਇਤ ਦਿੱਤੀ। ਨਹੀਂ, 2-3-4 ਵਾਰ ਕੀਤੀ, ਆਪਣੇ ਤੌਰ ਤੇ ਕੀਤੀ। ਪਹਿਲਾਂ PG ਕਮਰੇ ਕਿਰਾਏ ਚਾਲੇ ਸੀ, ਕੁੜੀਆਂ ਮੁੰਡੇ ਆ ਕੇ ਸਟੂਡੈਂਟ ਰਹਿੰਦੇ ਸੀ, ਚਲੇ ਜਾਂਦੇ ਸੀ। ਹੁਣ ਇਹਨੂੰ PG ਨੂੰ ਹੋਟਲ 'ਚ ਤਬਦੀਲ ਕਰ ਦਿੱਤਾ ਹੈ। ਕੀ ਨਾਮ ਹੈ ਭਾਜੀ ਤੁਹਾਡਾ? ਮੇਰਾ ਦੀਪਕ ਕੁਮਾਰ ਜੀ। ਦੀਪਕ ਜੀ, ਤੇ ਤੁਹਾਡੇ ਵੱਲੋਂ ਮਹੱਲੇ ਨਿਵਾਸੀ ਵੱਲੋਂ ਕੰਪਲੇਂਟ ਗਈ ਸੀ? ਹਾਂਜੀ।
ਸਾਡੇ ਮਹੱਲੇ ਵਾਸੀਆਂ ਵੱਲੋਂ ਕੰਪਲੇਂਟ ਸੀਗੀ ਕਿ ਭਾਜੀ ਇਹ ਸਾਲ ਤੋਂ ਬੜੀ ਪਰੇਸ਼ਾਨੀ ਚੱਲ ਰਹੀ ਸੀ ਕਿ ਕੁੜੀਆਂ ਮੁੰਡੇ ਇੱਥੇ ਆਉਂਦੇ ਆ, ਨਜਾਇਜ਼ ਤੌਰ ਤੇ ਆਉਂਦੇ ਆ, ਜੋੜੇ ਕੋਈ ਵਿਆਹ ਹੁੰਦਾ, ਕੋਈ ਕਈ ਤਾਂ ਨਾਬਾਲਗ ਵੀ ਅਸੀਂ ਦੇਖਿਆ ਵੀ ਇੱਥੇ ਆਉਂਦੀਆਂ ਕੁੜੀਆਂ। ਪਰ ਇਹ ਅਸੀਂ ਪੁਲਿਸ ਨੂੰ ਕੰਪਲੇਂਟ ਇੱਕ ਵਾਰੀ ਕੀਤੀ, ਉਹਨਾਂ ਨੇ ਪਰਚਾ ਦੇ ਦਿੱਤਾ ਸੀ 57 ਦਾ। ਤੇ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਨੇ 5-6 ਜੋੜੇ ਸਵੇਰ ਦੇ ਅੰਦਰ ਵੜੇ ਸੀਗੇ। ਉਹਦੇ ਦੌਰਾਨ ਫਿਰ ਇਸ ਮਹੱਲੇ ਵਾਲੀ ਪਰੇਸ਼ਾਨ ਸੀਗੇ ਜੀ, ਭਈਆ ਦੇਖੋ ਜੀ ਅਜੇ ਵੀ ਇਹਨਾਂ ਨੇ ਕੰਮ ਨਹੀਂ ਬੰਦ ਕੀਤਾ। ਉਹਦੇ ਦੌਰਾਨ ਫਿਰ ਮਹੱਲੇ ਵਾਲਿਆਂ ਨੇ ਕੰਟਰੋਲ ਰੂਮ 'ਚ ਫੋਨ ਕੀਤਾ। ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਪ੍ਰੈਸ ਨੇ ਪੂਰਾ ਮੌਕੇ ਤੇ ਸਾਡਾ ਸਾਥ ਦਿੱਤਾ ਤੇ ਆ ਕੇ ਪੂਰੀ ਕਾਰਵਾਈ ਕੀਤੀ। ਕਿੰਨੇ ਜੋੜੇ ਇਹ ਭਾਈ 1 ਸਾਲ ਤੋਂ ਕੰਮ ਚੱਲ ਰਿਹਾ। ਕਿੰਨੇ ਜੋੜੇ ਬਰਾਮਦ? ਇਹ 4 ਤੋਂ 5 ਜੋੜੇ ਬਰਾਮਦ ਹੋਏ। ਮਹੱਲੇ ਦੇ ਵਿੱਚ ਕਿੱਦਾਂ ਰੈਸ਼ੀ ਇਲਾਕਾ ਹੈਗਾ, ਉੱਥੇ ਹੋਟਲ ਖੁੱਲ ਸਕਦਾ? ਦੇਖੋ ਜੀ ਇਹ ਤਾਂ ਕਾਨੂੰਨ ਹੀ ਦੱਸ ਸਕਦਾ ਜੀ, ਇਸ ਦੇ ਬਾਰੇ ਮੈਨੂੰ ਨਹੀਂ ਪਤਾ। ਇਹਦੇ ਬਾਰੇ ਤਾਂ ਦੇਖੋ ਜਿੱਥੇ ਹੋਟਲ ਖੁੱਲ੍ਹਦਾ ਸਾਨੂੰ ਤਾਂ ਇਹ ਚੀਜ਼ਾਂ ਪਤਾ ਜੀ, LOC ਹੋਣੀ ਚਾਹੀਦੀ ਹੈ, ਪਾਰਕਿੰਗ ਹੋਣੀ ਚਾਹੀਦੀ ਹੈ, ਫਾਇਰ ਬ੍ਰਿਗੇਡ ਦੇ ਪੂਰੇ ਪ੍ਰਬੰਧ ਹੋਣੇ ਚਾਹੀਦੇ ਆ ਤੇ ਕਾਰਪੋਰੇਸ਼ਨ ਦਾ ਲਾਇਸੈਂਸ ਹੋਣਾ ਚਾਹੀਦਾ ਜੀ। ਇਹ ਹੁਣ ਪਤਾ ਨਹੀਂ ਇਹਦੇ ਕੋਲ ਕੀ ਚੀਜ਼ਾਂ ਹੈਗੀਆਂ, ਕਿਉਂ ਚਲਾ ਰਿਹਾ, ਕਿਸ ਤਰੀਕੇ ਨਾਲ ਚਲਾ ਰਿਹਾ। ਸਰਟੀਫਿਕੇਟ ਦਿਖਾ ਰਿਹਾ ਸੀ ਕੋਈ ਉੱਥੇ? ਇਹ ਕਾਰਪੋਰੇਸ਼ਨ ਦਾ ਸਰਟੀਫਿਕੇਟ ਬਣਾਇਆ, ਇਹ ਕਾਰਪੋਰੇਸ਼ਨ ਦੀ ਮਿਲੀ ਭੁਗਤ ਨਾ ਹੋ ਸਕਦਾ ਜੀ। ਜੇ ਸਰਟੀਫਿਕੇਟ ਬਣਾਇਆ ਤੇ ਕਾਰਪੋਰੇਸ਼ਨ ਨੂੰ ਰਜਿਸਟਰੀ ਦੇਖਣੀ ਚਾਹੀਦੀ ਹੈ ਕਿ ਇਸ ਜਗ੍ਹਾ ਦੀ ਰਜਿਸਟਰੀ ਹੈਗੀ ਹੈ, ਹੈ ਹੀ ਨਹੀਂ। ਮਕਾਨ ਕਿਹਨਾਂ ਦਾ, ਕੀ ਨਾਮ ਹੈ? ਇਹ ਮਕਾਨ ਦਾ ਬਿਲਕੁਲ ਜੋਗਿੰਦਰ ਸਿੰਘ ਦੇ ਨਾਮ ਤੇ ਬੋਲਦਾ ਜੀ। ਇਹ ਪਨੂਮਾ ਟਰਸਟ ਦੇ ਵਿੱਚ ਕੀ ਕਰਦੇ ਹੋ? ਉਹ ਤਾਂ ਭਾਜੀ ਮਾਰਮੂਰ ਵਿੱਚ ਚੁੱਕੇ ਹੋਏ ਜੀ। ਹੁਣ ਕੌਣ ਚਲਾ ਰਿਹਾ ਹੋਟਲ? ਇਹ ਭੁਪਿੰਦਰ ਸਿੰਘ ਚਲਾ ਰਹੇ ਜੀ। ਕਿੱਥੇ ਦੇ ਰਹਿਣ ਵਾਲੇ? ਇਹ ਭਾਜੀ ਸੰਗਤ ਸਿੰਘ ਨਗਰ ਦੇ ਰਹਿਣ ਵਾਲੇ। ਭੁਪਿੰਦਰ ਜੀ ਕੀ ਕਰਦੇ ਨੇ? ਭੁਪਿੰਦਰ ਜੀ ਵਕਾਲਤ ਕਰਦੇ ਜੀ। ਹਾਂਜੀ ਹਾਂ ਸਰ, ਇਹ ਹੋਟਲ 'ਚ ਤੁਸੀਂ ਰੇਡ ਕੀਤੀ ਹੈ, ਕੀ ਹੈ ਕੀ ਮੈਟਰ ਸਾਰਾ? ਇਹ ਸਾਨੂੰ ਅੱਜ ਇੱਕ ਮਹੱਲੇ ਵਾਲਿਆਂ ਦੀ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਮਹੱਲੇ ਦੇ ਵਿੱਚ ਇੱਕ ਗੈਸਟ ਹਾਊਸ ਹੈ, ਉਹਦਾ ਨਾਮ ਹੈ ਵੀ ਕਰਤਾਰੀ। ਮਹੱਲੇ ਦਾ ਨਾਮ ਹੈ ਮੁਹੱਲਾ ਪੰਨਾ ਬਹਾਦਰ ਨਗਰ। ਉੱਥੇ ਕੋਈ ਗਲਤ ਜਿਹੜੇ ਜੋੜੇ ਆ ਉਹ ਹੈ ਤੇ ਮੈਂ ਉਸ ਨੂੰ ਵੈਰੀਫਾਈ ਕਰਨ ਵਾਸਤੇ ਗਿਆ। ਜਿਹੜੇ ਮੈਨੇਜਰ ਲੈ ਕੇ ਆਏ ਸੀ ਜਸਪਾਲ ਸਿੰਘ ਪੁੱਤਰ ਜੈਪ ਸਿੰਘ ਵਾਸੀ ਹਾਊਸ ਨੰਬਰ 18/2 ਸੰਗਤ ਸਿੰਘ ਨਗਰ ਜਲੰਧਰ। ਇਹਦੀ ਉਮਰ ਹੈ 43 ਸਾਲ। ਤੇ ਇਹ ਉੱਥੇ ਸਾਨੂੰ ਮਿਲਿਆ ਤੇ ਉਸ ਤੋਂ ਜਦੋਂ ਅਸੀਂ ਕਮਰੇ ਚੈੱਕ ਕੀਤਾ ਤੇ ਉਹਦੇ ਵਿੱਚ ਸਾਨੂੰ 3 ਜੋੜੇ ਮਿਲੇ ਤੇ ਜਿਨ੍ਹਾਂ ਨੂੰ ਅਸੀਂ ਆਪਣੇ ਲਿਆ ਕੇ ਹੁਣ ਵੈਰੀਫਾਈ ਕਰ ਰਹੇ ਹਾਂ। ਇਹ ਜਿਹੜਾ ਗੈਸਟ ਹਾਊਸ ਹੈ ਇਹਦਾ ਮਾਲਕ ਜਿਹੜਾ ਉਹ ਭੁਪਿੰਦਰ ਸਿੰਘ ਹੈ। ਕੀ ਕਰਦਾ ਕੀ ਮਾਲਕ? ਮਾਲਕ ਦਾ ਅਜੇ ਉਹ ਮਾਪ ਤਾਂ ਨਹੀਂ ਮਿਲਿਆ ਮਾਲਕ ਉਹਦਾ। ਅਸੀਂ ਜਿਹੜਾ ਮੈਨੇਜਰ ਹੈ ਉਹਦੇ ਕੋਲ ਮੈਂ ਪਤਾ ਕੀਤਾ ਵੀ ਇਹ ਰਹਿਣ ਵਾਲਾ ਕਿੱਥੇ ਤੋਂ, ਅਸੀਂ ਵੈਰੀਫਾਈ ਕਰਦੇ ਹਾਂ ਕਿੱਥੇ ਦਾ ਰਹਿਣ ਵਾਲਾ। ਸਰ ਇਹਨਾਂ ਦੇ ਆਈਡੀ ਪ੍ਰੂਫ ਚੈੱਕ ਕੀਤੇ ਗਏ, ਬਾਲਗ ਨਹੀਂ ਜਾਂ ਬਾਲਗ ਨਹੀਂ? ਹਾਂਜੀ ਉਹ ਅਸੀਂ ਅਜੇ ਤਾਂ ਆਏ ਇੱਥੇ ਤਫਤੀਸ਼ ਕਰ ਰਹੇ ਹਾਂ। ਅਸੀਂ ਹੋਟਲ ਵਾਲੇ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਕੋਲ ਅਸੀਂ ਅਜੇ ਉਹਨਾਂ ਨੂੰ ਲੈ ਕੇ ਨਾ ਉੱਥੋਂ ਅਸੀਂ ਕਾਫੀ ਮਤਲਬ ਇਕੱਠਾ ਹੋ ਗਿਆ ਸੀ, ਉਹਨਾਂ ਨੂੰ ਅਸੀਂ ਇੱਥੇ ਲੈ ਆਏ ਹਾਂ ਤੇ ਅਸੀਂ ਹੋਟਲ ਵਾਲੇ ਜਿਹੜੇ ਮਾਲਕ ਹੈ ਉਹਨੂੰ ਬੁਲਾਇਆ, ਮੈਨੇਜਰ ਵੀ ਲੈ ਆਂਦਾ ਤੇ ਉਸ ਤੋਂ ਅੱਗੇ ਅਸੀਂ ਤਫਤੀਸ਼। ਇਸ ਤੋਂ ਪਹਿਲਾਂ ਵੀ ਕਦੀ ਇਸ ਹੋਟਲ ਦੀ ਕੰਪਲੇਂਟ ਆਈ ਜਾਂ ਪੁਲਿਸ ਵੱਲੋਂ ਚੈਕਿੰਗ ਦੌਰਾਨ ਵੀ ਇੱਦਾਂ ਦੀ ਕਮੀ ਪਾਈ ਗਈ? ਇੱਥੇ ਇੱਕ ਦਿਨ ਹੋਟਲ ਵਾਲਿਆਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਸਾਡੇ ਕੋਲ 2 ਮੁੰਡੇ ਆਏ ਆ ਤੇ ਉਹ ਜਿਹੜੇ ਨਾ ਕੋਈ ਦਾਤਰ ਆ ਉਹਦੇ ਕੋਲ, ਤੇ ਮੈਂ ਉਹ 7-5 ਕਰਕੇ ਉਹਨੂੰ ਜੇਲ੍ਹ ਭੇਜਿਆ। ਉਹ 4-5 ਦਿਨ ਹੀ ਹੋਏ, ਕੱਲ੍ਹ ਹੀ ਉਹਨੂੰ ਅਸੀਂ ਜੇਲ੍ਹ ਛੱਡ ਕੇ ਆਏ। ਨਰਸਾਂ ਤੋਂ ਬਾਅਦ ਅੱਜ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਵਿੱਚ ਲਗਾਇਆ ਧਰਨਾ, ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ। ਨਰਸਾਂ ਤੋਂ ਬਾਅਦ ਅੱਜ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਵਿੱਚ ਲਗਾਇਆ ਧਰਨਾ, ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੱਖੀਆਂ ਆਪਣੀਆਂ ਮੰਗਾਂ ਅਤੇ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਨਾਲ ਹੀ ਠੇਕਾ ਸਿਸਟਮ ਵੀ ਬੰਦ ਕੀਤਾ ਜਾਵੇ। ਹਾਂਜੀ ਕੀ ਨਾਮ ਆਪਣਾ? ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਅੱਜ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਦੇ ਖਿਲਾਫ, ਕੀ ਕਾਰਨ ਹੈ? ਕੱਚੇ ਮੁਲਾਜ਼ਮ ਪੱਕੇ ਕਰਨ ਦਾ ਅਸੀਂ ਧਰਨਾ ਲਾਇਆ ਵਾ, ਠੀਕ ਹੈ, ਔਰ ਠੇਕਾ ਸਿਸਟਮ ਬੰਦ ਕਰਨ ਦਾ ਸਾਡਾ ਰੋਸ ਪ੍ਰਦਾਨ। ਕਿਹੜੇ ਕਿਹੜੇ ਮੁਲਾਜ਼ਮ ਇੱਥੇ ਬੈਠੇ ਨੇ? ਇੱਥੇ ਸਾਡੇ ਸਾਰੇ ਸਵੀਪਰ ਹੈ ਔਰ ਸਾਡੇ ਵਿੱਚੋਂ ਕਲਾਸਪੁਰ ਵੀ ਹੈ ਥੋੜ੍ਹੇ। ਕੀ ਕਾਰਨ ਹੈ ਆਪਣੇ ਹੱਕਾਂ ਨੂੰ ਲੈ ਕੇ, ਮੰਗਾਂ ਨੂੰ ਲੈ ਕੇ ਤੁਹਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ? ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਵੀ 4.5 ਸਾਲ ਹੋ ਗਏ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕੋਈ ਸਾਡਾ ਵਾਅਦਾ ਨਹੀਂ ਪੂਰਾ ਕਰ ਰਿਹਾ, ਕੋਈ ਸਾਨੂੰ ਪ੍ਰਸ਼ਾਸਨ ਨਹੀਂ ਸਾਨੂੰ ਮੋਹਰੇ ਲਿਆ ਰਿਹਾ। ਸਵੀਪਰਾਂ ਦੀ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੈ, ਕੋਈ ਸੁਣਵਾਈ ਨਹੀਂ ਹੈ, ਠੀਕ ਹੈ ਜੀ। ਪਹਿਲਾਂ ਸਟਾਫਾਂ ਬੈਠੀਆਂ ਸੀ, ਉਸ ਤੋਂ ਬਾਅਦ ਡਾਕਟਰ ਬੈਠੇ ਸੀਗੇ, ਡਾਕਟਰਾਂ ਤੋਂ ਬਾਅਦ ਹੁਣ ਅਸੀਂ ਧਰਨਾ ਹੀ ਲਾਈ, ਆਪਣੀ ਹੜਤਾਲ ਕੀਤੀ ਹੈ। ਸਾਡੇ ਬਿਨਾਂ ਕਿਸੇ ਮੰਗ ਤੋਂ ਸਾਨੂੰ ਜਿੰਨੇ ਵੀ ਸਾਡੇ ਸਾਰੇ ਮੁਲਾਜ਼ਮ ਆ ਕੱਚੇ, ਸਾਰੇ ਪੱਕੇ ਕੀਤੇ ਜਾਣ। ਇੱਕ ਪਾਸੇ ਚੰਨੀ ਸਰਕਾਰ ਹੋਣ ਵਾਲਾ ਕਹਿੰਦੇ 36000 ਪੋਸਟਾਂ ਕੱਢੀਆਂ ਜਾਂਦੀਆਂ। 36000 ਪੋਸਟਾਂ ਜਿਹੜੀਆਂ ਕੱਢੀਆਂ ਉਹਨਾਂ ਦੇ ਵਿੱਚੋਂ 36 ਬੰਦੇ ਵੀ ਨਹੀਂ ਇਹਨਾਂ ਨੇ ਭਰਤੀ ਕਰਨੇ, ਜਿੱਦਾਂ ਛਾਨਣੇ ਵਿੱਚ ਛਾਨੇ ਜਾ ਰਹੇ ਆ। ਜਿੱਦਾਂ ਮੁਲਾਜ਼ਮ 20 ਸਾਲ ਤੋਂ 31 ਸਾਲ ਤੱਕ ਦੇ 37 ਸਾਲ ਤੱਕ ਦੀ ਉਮਰ ਦੀ ਇਹਨਾਂ ਨੇ ਲਿਹਾਜ਼ਾ ਕੀਤਾ। ਇਹ ਜਿੰਨਾ ਵੀ ਸਾਡਾ ਸਟਾਫ ਆ ਪਹਿਲਾਂ ਤਾਂ ਸਿਵਲ ਹਸਪੀਟਲ ਦੇ ਵਿੱਚ ਹੀ ਕੰਮ ਕਰਦੇ ਸੀਗੇ। ਇਹ ਕਿਤੇ ਬੁੱਢੀਆਂ ਹੋਈਆਂ ਘਰਾਂ ਤੋਂ ਵਿੱਚੋਂ ਤਾਂ ਨਹੀਂ ਆਈਆਂ ਸੀਗੀਆਂ ਡਿਊਟੀਆਂ ਕਰਨ, ਸਰਕਾਰ ਦੇ ਸਿਵਲ ਹਸਪੀਟਲ ਦੇ ਵਿੱਚ ਹੀ ਡਿਊਟੀਆਂ ਕਰਕੇ ਬੁੱਢੀਆਂ ਹੋਈਆਂ। ਅੱਜ ਇਹ ਉਮਰ ਦਾ ਜਾਇਜ਼ਾ ਲੈ ਰਹੇ ਆ। 47 ਸਾਲ ਆ, ਕਿਸੇ ਦੀ 35 ਸਾਲ ਆ, ਕਿਸੇ ਦੀ 37 ਸਾਲ ਆ। ਕਿਉਂ ਕੀ ਮਤਲਬ? ਅਸੀਂ ਸਰਕਾਰ ਦੇ ਅੰਡਰ ਦੇ ਵਿੱਚ ਡਿਊਟੀਆਂ ਕਰ ਕਰਕੇ, ਠੇਕੇ ਤੇ ਡਿਊਟੀਆਂ ਕਰ ਕਰਕੇ, ਥੋੜ੍ਹੀਆਂ ਤਨਖਾਹਾਂ ਦੇ ਵਿੱਚ ਡਿਊਟੀਆਂ ਕਰ ਕਰਕੇ ਆਪਣਾ ਪਰਿਵਾਰ ਪਾਲਿਆ। ਮਹਾਮਾਰੀ ਅਸੀਂ ਸਾਰਿਆਂ ਨੇ ਆਪਣੇ ਉੱਪਰ ਲਈ, ਸਾਡਾ ਪਰਿਵਾਰ ਤਾਂ ਨਹੀਂ ਕਿਸੇ ਨੇ ਦੇਖਿਆ ਸੀਗਾ। ਕੀ ਗੱਲ ਸਾਨੂੰ ਸਰਕਾਰਾਂ ਨੇ 10-10 ਹਜ਼ਾਰ 8-8 ਹਜ਼ਾਰ ਤੋਂ ਵੱਧ ਤਨਖਾਹਾਂ ਪਾਤੀਆਂ ਸੀਗੀਆਂ, ਜਿਹੜਾ ਅਸੀਂ ਨਾ ਰੋਸ ਪ੍ਰਦਾਨ ਕਰੀਏ ਆਪਣਾ।
ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕੀ ਮੰਗ ਹੈ ਤੁਹਾਡੀ? ਸਰਕਾਰ ਦੇ ਅੱਗੇ ਸਾਡੀ ਇਹੀ ਮੰਗ ਆ ਕਿ ਜਿਹੜੇ ਸਾਡੇ ਸਾਰੇ ਜਿੰਨੇ ਵੀ ਪੰਜਾਬ ਦੇ ਕੱਚੇ ਮੁਲਾਜ਼ਮ ਆ, ਠੇਕੇ ਦੇ ਆਧਾਰ ਤੇ ਰੱਖੇ ਹੋਏ ਆ, ਠੀਕ ਹੈ, ਉਹ ਸਾਰਿਆਂ ਨੂੰ ਪੱਕੇ ਕੀਤਾ ਜਾਵੇ ਬਿਨਾਂ ਕਿਸੇ ਸ਼ਰਤ ਤੋਂ। ਹਾਂਜੀ ਭਾਈ, ਕੀ ਨਾਮ ਆਪਣਾ? ਮੇਰਾ ਨਾਮ ਜਸਵਿੰਦਰ ਕੁਮਾਰ ਜੀ। ਕਿਹੜੀ ਸੁਸਾਇਟੀ ਬੈਠੀ ਆਪਣੀ ਜਿਹੜੀ ਧਰਨਾ ਪ੍ਰਦਰਸ਼ਨ ਮੁਲਾਜ਼ਮ ਬੈਠੇ ਜਿਹੜੇ? ਇਹ ਸਾਡੀ ਠੇਕੇਦਾਰੀ ਬੈਠੇ ਪਏ ਆ ਤੇ ਜਨ ਸੇਵਕ ਸਫਾਈ ਕਰਮਚਾਰੀ ਵੈਲਫੇਅਰ ਸੁਸਾਇਟੀ ਆ ਸਾਡੀ। ਕੀ ਮੰਗਾਂ ਤੁਹਾਡੀਆਂ ਜਿਹੜੇ ਬੈਠੇ ਇੱਥੇ? ਸਰ ਕਰੋਨਾ ਟਾਈਮ ਅਸੀਂ ਨੌਕਰੀਆਂ ਇੱਥੇ ਕੀਤੀਆਂ ਆ ਸਾਰਿਆਂ ਨੇ, ਤੇ ਉਸ ਟਾਈਮ ਜਿਹੜੇ ਵੀ ਕੋਈ ਮੰਤਰੀ ਆਉਂਦਾ ਸੀ ਉਹ ਕਹਿੰਦਾ ਤੁਸੀਂ ਕੰਮ ਕਰੋ, ਤੇ ਸਾਨੂੰ ਉਸ ਟਾਈਮ ਕੋਈ ਸਟਾਫ ਵੀ ਸਾਨੂੰ ਪਸੰਦ ਨਹੀਂ ਕਰਦਾ ਸੀ। ਸਾਨੂੰ ਆਪਣੇ ਰੂਮ 'ਚ ਵਾੜ ਕੇ ਕੋਈ ਦਫ਼ਤਰ ਜਾਂਦੇ ਸੀ, ਉਹ ਸਾਨੂੰ ਸਟਾਪਾਂ ਕਹਿੰਦੀਆਂ ਸੀ ਬਾਹਰ ਹੋ ਕੇ ਗੱਲ ਕਰੋ, ਤੁਸੀਂ ਬਾਡਾ 'ਚੋਂ ਆਏ ਆ। ਤੇ ਉਸ ਟਾਈਮ ਮੰਤਰੀ ਹੱਥ ਮਾਰਦੇ ਹੁੰਦੇ ਸੀ ਕਿ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਬਾਰੇ ਜ਼ਰੂਰ ਸੋਚਾਂਗੇ, ਠੀਕ ਆ। ਅੱਜ ਉਹਨਾਂ ਨੇ 36,000 ਮੁਲਾਜ਼ਮ ਪੱਕਾ ਕਰਨ ਦੀ ਗੱਲ ਕਹੀ ਆ, ਜਿਨ੍ਹਾਂ ਵਿੱਚ ਉਹਨਾਂ ਨੇ ਸ਼ਰਤਾਂ ਰੱਖ ਦਿੱਤੀਆਂ। 10 ਸਾਲ ਕੰਮ ਹੋਣਾ ਚਾਹੀਦਾ, ਨੌਕਰੀ ਰੈਗੂਲਰ ਕੀਤੀ ਹੋਣੀ ਚਾਹੀਦੀ ਆ, ਤੇ ਉਮਰ ਹੋਣੀ ਚਾਹੀਦੀ 18 ਤੋਂ 37 ਸਾਲ ਦੇ, ਕਿਉਂਕਿ ਇੱਥੇ ਕੰਮ ਕਰਦੇ ਤਾਂ ਕਾਫੀ ਟਾਈਮ ਹੋ ਗਿਆ ਪਿਆ ਆ। ਉਮਰਾਂ ਤਾਂ ਸਾਰਿਆਂ ਦੀਆਂ 42, 43, 45, 52 ਤੱਕ ਪਹੁੰਚੀਆਂ ਪਈਆਂ ਉਮਰਾਂ, ਤੇ ਅੱਜ ਇਹ ਸ਼ਰਤਾਂ ਰੱਖਦੇ ਪਏ ਆ। ਉਹ ਟਾਈਮ 'ਤੇ ਸਾਡੇ ਘਰ ਦੇ ਵੀ ਡਰਦੇ ਹੁੰਦੇ ਸੀ ਕਿ ਡਿਊਟੀਆਂ ਕਰਕੇ ਆਏ ਆ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆ ਜਾਵੇ ਕਰੋਨਾ ਟਾਈਮ 'ਤੇ, ਤੇ ਅੱਜ ਇਹਨਾਂ ਨੇ ਸ਼ਰਤਾਂ ਰੱਖ ਦਿੱਤੀਆਂ ਸਾਡੀਆਂ ਸਾਰੀਆਂ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਵੇਂ ਮੁੱਖ ਮੰਤਰੀ ਚੰਨੀ ਹੋਣੀ ਹੈ, ਚੰਨੀ ਉਹਨਾਂ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ, ਉਮਰ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ, ਤੁਹਾਨੂੰ ਲੱਗਦਾ ਕਿ ਨੌਕਰੀਆਂ ਨਾ ਦੇਣ ਦੇ? ਸਰ ਇਹ ਤਾਂ ਨਾ ਦੇਣ ਦੇ ਬਹਾਨੇ ਆ। ਹੁਣ ਇਹਨਾਂ ਨੇ ਡਿਮਾਂਡਾਂ ਵਿੱਚ ਇੰਨੇ ਰੱਖ ਦਿੱਤੀਆਂ ਆ ਕਿ ਸਰਕਾਰ ਵੱਲੋਂ ਭਰਤੀ ਕੀਤੇ ਗਏ ਹੁਣ ਜਿੰਨੇ ਵੀ ਮੁਲਾਜ਼ਮ ਆ ਕੱਚੇ, ਤੇ ਉਹ ਤਾਂ ਇੱਦਾਂ ਦੀਆਂ ਕੋਈ ਗੱਲਾਂ ਹੈ ਨਹੀਂ। ਉਮਰਾਂ ਦੇ ਰੱਖ ਦਿੱਤੀਆਂ, ਤਰਾਜੂ ਰੱਖ ਦਿੱਤਾ ਆ, ਰੈਗੂਲਰ ਡਿਊਟੀ ਕੀਤੀ ਹੋਵੇ 10 ਸਾਲ ਦੀ। ਇਹ ਤਾਂ ਸਰ ਨਾ ਦੇਣ ਦੀਆਂ ਨੌਕਰੀਆਂ ਬਹਾਨੇ ਆ ਇਹਨਾਂ ਦੇ ਸਾਰੇ। ਨਾ ਮੰਗਾਂ ਦਾ ਹੱਲ ਹੋਇਆ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ? ਹਾਂਜੀ, ਅਗਲੀ ਨੀਤੀ ਇਹੋ ਹੀ ਆ ਸਰ, ਅਸੀਂ ਧਰਨੇ 'ਤੇ ਬੈਠੇ ਆ, ਜੇ ਨਾ ਸੁਣੀ ਤਾਂ ਅਸੀਂ ਧਰਨਾ ਅੱਗੇ ਤੱਕ ਵਧਾਵਾਂਗੇ। ਤੁਸੀਂ ਪਿੱਛੇ ਜਿਹੀ ਮੈਂਬਰ ਆਫ ਪਾਰਲੀਮੈਂਟ ਚੌਧਰੀ ਸੰਤੋਸ਼ ਹੁਣੀ ਵੀ ਆਏ ਸੀ ਇੱਥੇ, ਹਾਂਜੀ ਹਾਂਜੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਤੁਸੀਂ? ਉਹਨਾਂ ਨੇ ਗੱਡੀ ਅੱਗੇ ਰੋਕ ਕੇ ਉਹਨਾਂ ਨਾਲ ਗੱਲਬਾਤ ਕੀਤੀ, ਕੀ ਕਿਹਾ ਉਹਨਾਂ ਨੇ, ਕੀ ਆਸ਼ਵਾਸਨ ਮਿਲਿਆ ਤੁਹਾਨੂੰ? ਸਰ ਮੈਂ ਅਸੀਂ ਧਰਨਾ ਵਾਸਤੇ ਸਟਾਫਾਂ ਲੱਗਿਆ ਪਿਆ ਸੀ, ਅਸੀਂ ਸਫਾਈ ਸੇਵਕ ਇਕੱਠੇ ਹੋ ਕੇ ਆਏ ਸੀ, ਤੇ MP ਸਾਹਿਬ ਨੂੰ ਅਸੀਂ ਰੋਕਿਆ ਕਿ ਸਰ ਸਾਡੀ ਗੱਲ ਸੁਣ ਕੇ ਜਾਓ, ਤੇ ਉਹਨਾਂ ਨੇ ਬਿਨਾਂ ਗੱਲ ਸੁਣੇ ਸਾਡੇ ਦੇ ਮੋਢੇ 'ਤੇ ਹੱਥ ਮਾਰ ਕੇ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਾਂਗੇ। ਜਦ ਸਾਡੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਤਾਂ ਸੋਚਣਾ ਕੀ ਹੈ ਸਾਡੇ ਵਾਸਤੇ? ਮੰਤਰੀ ਇੱਕ ਆਪਣੇ ਜ਼ਿਲ੍ਹੇ ਦਾ ਅਹੁਦੇਦਾਰ ਬੰਦਾ ਹੁੰਦਾ ਆ, ਉਹਦਾ ਫਰਜ਼ ਬਣਦਾ ਸੀ ਸਾਡੀ ਗੱਲ ਸੁਣ ਕੇ ਜਾਣਾ। ਆਟੋ ਤੇ ਟਰੱਕ ਦੀ ਹੋਈ ਟੱਕਰ, ਲੱਗੀਆਂ ਗੰਭੀਰ ਸੱਟਾਂ। ਜਲੰਧਰ ਵਿੱਚ ਦੇਰ ਰਾਤ ਹੋਇਆ ਵੱਡਾ ਹਾਦਸਾ। ਆਟੋ ਅਤੇ ਟਰੱਕ ਦੀ ਹੋਈ ਟੱਕਰ, ਜਿਸ ਵਿੱਚ ਲੋਕਾਂ ਨੇ ਦੱਸਿਆ ਕਿ ਆਟੋ ਵਾਲੇ ਨੇ ਸ਼ਰਾਬ ਜ਼ਿਆਦਾ ਪੀਤੀ ਹੋਈ ਸੀ, ਜਿਸ ਕਰਕੇ ਹਾਦਸਾ ਵਾਪਰਿਆ। ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। 2022 ਦੀਆਂ ਚੋਣਾਂ ਨਾਲ ਹੋਵੇਗਾ ਪੰਜਾਬ ਦਾ ਭਵਿੱਖ ਤੈਅ, ਕਰਨੈਲ ਸਿੰਘ। ਜਰਨੈਲ ਸਿੰਘ ਨੇ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ 10 ਉਮੀਦਵਾਰਾਂ ਦੀ ਸੂਚੀ ਤੈਅ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਚੋਣਾਂ ਨਾਲ ਪੰਜਾਬ ਦਾ ਭਵਿੱਖ ਤੈਅ ਕੀਤਾ ਜਾਵੇਗਾ। ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ 10 ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਜਾਰੀ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਮੈਂ ਇਹਨਾਂ 10 ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਬੇਨਤੀ ਕਰਨਾ ਚਾਹੁੰਦਾ ਕਿ 2022 ਦੀ ਚੋਣਾਂ ਨੂੰ ਤੁਸੀਂ ਕੋਈ ਮਾਮੂਲੀ ਚੋਣ ਨਾ ਸਮਝਿਓ। 2022 ਦੀ ਚੋਣਾਂ ਪੰਜਾਬ ਦਾ ਆਉਣ ਵਾਲਾ ਭਵਿੱਖ ਤੈਅ ਕਰਨਗੀਆਂ। ਜੇ ਤੁਸੀਂ ਸਹੀ ਚਾਹੁੰਦੇ ਹੋ ਕਿ ਪੰਜਾਬ ਨੂੰ ਨਸ਼ਾ ਮਾਫੀਆ ਤੋਂ ਛੁਟਕਾਰਾ ਚਾਹੀਦਾ ਹੈ, ਪੰਜਾਬ ਨੂੰ ਮਾਈਨਿੰਗ ਮਾਫੀਆ ਤੋਂ ਛੁਟਕਾਰਾ ਚਾਹੀਦਾ ਹੈ, ਪੰਜਾਬ 'ਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪੰਜਾਬ 'ਚੋਂ ਬੇਰੁਜ਼ਗਾਰੀ ਖਤਮ ਹੋਣੀ ਚਾਹੀਦੀ ਹੈ, ਪੰਜਾਬ ਦੇ ਕਿਸਾਨਾਂ ਦੀ ਸਮੱਸਿਆਵਾਂ ਦਾ ਸਹੀ ਮਾਇਨੇ 'ਚ ਹੱਲ ਹੋਣਾ ਚਾਹੀਦਾ ਹੈ, ਤੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦਿਓ। ਇਸ ਤੋਂ ਪਹਿਲਾਂ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਤੁਸੀਂ ਕਈ ਵਾਰੀ ਕਾਂਗਰਸ ਦੀ ਸਰਕਾਰ ਵੇਖੀ, ਕਈ ਵਾਰੀ ਅਕਾਲੀ ਦਲ ਤੇ BJP ਦੀ ਸਰਕਾਰ ਵੇਖੀ, ਪਰ ਪੰਜਾਬ ਹਰ ਦਿਨ ਬਦਹਾਲੀ ਵੱਲ ਨੂੰ ਵੱਧਦਾ ਰਿਹਾ। ਆਮ ਆਦਮੀ ਪਾਰਟੀ ਨੇ ਦੇਸ਼ ਵਿੱਚ ਇੱਕ ਨਵੇਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ। ਉਹ ਰਾਜਨੀਤੀ ਹੈ ਨੇਕ ਨੀਅਤ ਦੀ ਰਾਜਨੀਤੀ ਕਿ ਜੋ ਵਾਅਦੇ ਤੁਸੀਂ ਚੋਣਾਂ ਵਿੱਚ ਵੋਟਾਂ ਲੈਂਦੇ ਵੇਲੇ ਕਰੋ, ਤੁਹਾਡੀ ਸਰਕਾਰ ਬਣਨ ਤੋਂ ਬਾਅਦ ਉਹ ਸਾਰੇ ਵਾਅਦੇ ਤੁਸੀਂ ਪੂਰੇ ਕਰਕੇ ਤੇ ਲੋਕਾਂ ਦੀ ਸੇਵਾ ਕਰੋ, ਨਾ ਕਿ ਆਪਸੀ ਕਲੇਸ਼ ਵਿੱਚ ਹਰ ਦਿਨ ਆਪਣੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਡੇ ਉੱਤੇ ਇਤਬਾਰ ਕੀਤਾ ਸੀ ਉਹਨਾਂ ਦਾ ਨੁਕਸਾਨ ਕਰਦੇ ਰਹੋ। ਆਪਣੇ ਸੂਬੇ ਨੂੰ ਹਰ ਦਿਨ ਬਦਹਾਲੀ ਵੱਲ ਧੱਕਦੇ ਰਹੋ ਤੇ ਤੁਹਾਡੇ ਸਾਰਿਆਂ ਦੇ ਹੱਥ 'ਚ ਇੱਕ ਬਹੁਤ ਸੁਨਹਿਰਾ ਮੌਕਾ 2022 ਵਿੱਚ ਆਉਣਾ ਹੈ। ਆਮ ਆਦਮੀ ਪਾਰਟੀ ਵੱਲੋਂ ਇੱਕ ਉਮੀਦਵਾਰ ਜਿਹਦੀ ਨੀਅਤ ਸਾਫ਼ ਹੈ, ਛਵੀ ਇਮਾਨਦਾਰ ਹੈ ਤੇ ਪੰਜਾਬ ਦੀ ਭਲਾਈ ਵਾਸਤੇ ਕੁਝ ਕਰਨਾ ਚਾਹੁੰਦਾ ਹੈ, ਐਦਾਂ ਦੇ ਉਮੀਦਵਾਰ ਤੁਹਾਡੇ ਅੱਗੇ ਪੇਸ਼ ਕੀਤੇ ਗਏ ਨੇ। ਤੇ ਮੈਂ ਸਾਰਿਆਂ ਨੂੰ ਫਿਰ ਤੋਂ ਬੇਨਤੀ ਕਰਦਾ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ, ਪੰਜਾਬ ਨੂੰ ਫਿਰ ਤੋਂ ਖੁਸ਼ਹਾਲੀ ਦੇ ਰਸਤੇ ਤੇ ਤੋਰੋ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ। ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਆਜ਼ਮਗढ़ ਵਿੱਚ ਸਟੇਟ ਯੂਨੀਵਰਸਿਟੀ ਦਾ ਕੀਤਾ ਉਦਘਾਟਨ। तो सभी से जरा नजर मिलाकर बात हो सके।
मैं आपके काम के महत्व को समझता हूं, मगर इसमें कोई विक्षेप नहीं आएगा। मुझे श्रद्धा है, आप बैठ जाइए। कृपया आप भी आराम से राजभाषा के लिए मेरे विचार जो है वो सुनिए। बैठिए, प्लीज बैठ जाइए। मैं जिद्दी टाइप का आदमी हूं भैया, बाद में ही चालू करूंगा। मंच पर उपस्थित उत्तर प्रदेश शासन के सम्मानित मुख्यमंत्री योगी आदित्यनाथ जी, मेरे विशेष आग्रह पर समय निकालकर न केवल इस सत्र में, इसके बाद भी कुछ सत्रों का वो अध्यक्षता करने वाले हैं और यहां उपस्थित हुए हैं, ऐसे राज्यसभा के उपसभापति श्रीमान हरिवंश जी, सभापति उत्तर प्रदेश विधानसभा श्री हृदय नारायण दीक्षित जी, मेरे साथी गृह राज्य मंत्री नित्यानंद राय जी, जिनके जिम्मे गृह विभाग में राजभाषा विभाग का दायित्व है, ऐसे मेरे साथी उत्तर प्रदेश के ही नेता श्री अजय कुमार मिश्र जी, श्री निशित प्रामाणिक जी, वरिष्ठ भारतीय जनता पार्टी के नेता, पूर्व राज्यपाल, वरिष्ठ अधिवक्ता और हिंदी के लिए जिन्होंने बहुत कुछ किया है, ऐसे हमारे केसरीनाथ त्रिपाठी जी, सचिव राजभाषा विभाग, संयुक्त सचिव राजभाषा विभाग, और यहाँ के सांसद के रूप में आज केंद्रीय मंत्री है, हमारे साथी है, विराजमान है पांडे जी। और आज बाबा विश्वनाथ की इस नगरी में देश भर से आए हुए हिंदी प्रेमियों को मैं नमस्कार कर मेरी बात की शुरुआत करना चाहता हूं। मित्रों, मेरे लिए भी एक बहुत हर्ष का विषय है कि आजादी के अमृत महोत्सव के वर्ष के अंदर पहली बार राजभाषा का सम्मेलन राजधानी के बाहर लाने में हमें सफलता मिली। कोई भी सरकारी परिपत्र, अधिसूचनाएं तब तक लोकभोग्य नहीं होती है जब तक जन आंदोलन में परिवर्तित नहीं होती। और ये राजभाषा को गति देने का जो जरिया है, अखिल भारतीय राजभाषा सम्मेलन, उसको भी दिल्ली के गलियारों से बाहर निकालने का हमने 2019 में ही निर्णय कर लिया। मगर 2 साल कोरोना काल रहा, हम नहीं कर पाए। परंतु आज मुझे आनंद है कि योगानुयोग है, ईश्वर कृपा ही है कि ये नई शुभ शुरुआत उस वर्ष में होने जा रही है जो हमारा आजादी का अमृत महोत्सव है। और देश के प्रधानमंत्री मोदी जी ने कहा है कि अमृत महोत्सव हमारे लिए आजादी दिलाने के लिए जो हमारे पुरखों ने यातनाएं सहन की, सर्वोच्च बलिदान दिए, जो संघर्ष करा, उसको स्मृति में फिर से जीवंत कर युवा पीढ़ी को प्रेरणा देने का तो मौका है ही है, परंतु आजादी का अमृत महोत्सव हमारे लिए संकल्प का भी वर्ष है। इसी वर्ष में 130 करोड़ भारतीयों ने तय करना है कि जब आजादी के 100 साल होंगे, भारत कैसा होगा, कहां होगा, दुनिया में भारत का स्थान कहां होगा। चाहे शिक्षा की बात हो, चाहे संस्कार की बात हो, चाहे सुरक्षा की बात हो, चाहे आर्थिक उन्नति की बात हो, चाहे उत्पादन बढ़ाने की बात हो, भारत कहां खड़ा होगा, हर क्षेत्र में भारत कहां खड़ा होगा, इसका संकल्प लेने का यह वर्ष है। और 75वें साल से 100 साल तक का काल अमृत काल रहेगा और ये अमृत काल हमारे सभी लक्ष्यों की सिद्धि का माध्यम रहेगा। और मैं आज
इस अखिल भारतीय राजभाषा सम्मेलन में कहने आया हूं कि हम सब हिंदी प्रेमियों के लिए भी ये संकल्प का वर्ष रहना चाहिए कि 100 साल जब आजादी के हो तब इस देश में राजभाषा और हमारी सभी स्थानीय भाषा का दबदबा इतना बुलंद हो कि किसी भी विदेशी भाषा का सहयोग लेने की जरूरत न पड़े। और एक काम मैं मानता हूं आजादी के तुरंत बाद होना चाहिए, क्योंकि हमारे आजादी के 3 स्तंभ थे। आजादी का आंदोलन जो गांधी जी ने जिसको लोक आंदोलन में परिवर्तित किया, इसके 3 स्तंभ थे, स्वराज, स्वदेशी और स्वभाषा। स्वराज तो मिल गया, स्वदेशी भी पीछे छूट गया, स्वभाषा भी पीछे छूट गई। 2014 के बाद मोदी जी ने पहली बार मेक इन इंडिया और अब पहली बार स्वदेशी की बात कर स्वदेशी को फिर से हमारा लक्ष्य बनाने के लिए आगे बढ़े। और इस आजादी के अमृत महोत्सव के अंदर मैं देश भर के सभी लोगों का आह्वान करना चाहता हूं कि एक और लक्ष्य हमारा छूट गया था, स्वभाषा का, उसको हम फिर से एक बार स्मरण करें और हमारे जीवन का हिस्सा बने। और मैं बहुत स्पष्ट करना चाहता हूं, आज देश भर से हिंदी प्रेमी आए हैं, बहुत प्रयास हो रहा है हिंदी और स्थानीय भाषाओं के बीच में विवाद चल रहा है, एक राजनीति खड़ी। मैं बहुत मन से मानता हूं, मैं भी हिंदी भाषी नहीं, गुजरात से आता हूं, मेरी मातृभाषा गुजराती है, मुझे गुजराती बोलने में कोई परहेज नहीं है, मगर मैं गुजराती जितना ही प्यार, बल्कि इससे थोड़ा अधिक प्यार हिंदी को करता हूं। हिंदी और हमारी स्थानीय भाषाओं के बीच में कोई अंतर्विरोध नहीं है। हिंदी सभी स्थानीय भाषाओं की सहेली है, सखी है, और सखियों के बीच में कभी अंतर्विरोध नहीं है। राजभाषा का विकास तभी हो सकता है जब स्थानीय भाषाओं का विकास होगा, और स्थानीय भाषा विकास सातत्यपूर्ण तरीके से तभी विकसित हो सकती है जब राजभाषा एक देश भर के अंदर मजबूत होगी। ये दोनों पूरक है, दोनों के बीच में कोई अंतर नहीं है। तो राजभाषा विभाग का काम है कि स्थानीय भाषाओं को हम मजबूत करें, और देश की जनता के, देश भर की जनता का ये लक्ष्य होना चाहिए कि हम राजभाषा को मजबूत करें। मित्रों, मेरे लिए एक और आनंद का विषय है कि जब हमने इस राजभाषा सम्मेलन को दिल्ली के बाहर निकालने का निर्णय किया, तो वो सम्मेलन, पहला सम्मेलन काशी में हो रहा है। विश्व की सबसे पुरानी नगरी है, बाबा विश्वनाथ का धाम है, मां गंगा का सानिध्य है, और हमेशा ऐसे मां सरस्वती की उपासना करने वालों के लिए ये स्वर्ग रहा है काशी। भाषा की उपासना करने के वालों के लिए, व्याकरण की उपासना करने वालों के लिए काशी हमेशा एक गंतव्य स्थान रहा है कि काशी जाएंगे और विद्या को प्राप्त करेंगे और अपने मुमुक्षा का, उसका समाधान करेंगे। ये देश भर के अंदर, पूरे विश्व के अंदर ये मान्यता है। आज उसी जगह पे आज हम आजादी के अमृत महोत्सव में यहां है, और संकल्प लेने के लिए यहां है कि आजादी के अमृत काल के अंदर जब 100 वर्ष होंगे, तब हम स्वभाषा का लक्ष्य भी हम पूर्ण करेंगे। मित्रों, काशी एक सांस्कृतिक नदी है। देश के इतिहास को काशी से अलग कर देखे तो लिख ही नहीं पाते। चाहे रामायण काल हो, चाहे महाभारत काल हो, चाहे उसके बाद में गौरवमयी इतिहास जो देश का रहा वो हो, चाहे आजादी का आंदोलन हो, अब चाहे देश के विकास की दिशा में ले जाने वाला, देश को दुनिया में सबसे सम्मानित जगह पे पहुंचाने वाला प्रधानमंत्री जिस काशी से सांसद हो, वो काशी। काशी को देश के इतिहास से अलग कर हम नहीं देख सकते। और जहां तक भाषा का सवाल है, काशी भाषा का गौमुख है।
भाषाओं का उद्भव, भाषाओं का शुद्धिकरण, व्याकरण को शुद्ध करना और व्याकरण को लोकभोग्य बनाने में चाहे कोई भी भाषा हो, काशी का बहुत बड़ा योगदान है और इसलिए इस सम्मेलन का बहुत बड़ा महत्व है। मित्रों, आज जो हम हिंदी बोल रहे हैं, लिखते हैं, उसका जन्म यही काशी के अंदर, यही बनारस के अंदर हुआ है। भारतेंदु बाबू हरिश्चंद्र को कौन भूल सकता है। हमने यही बनारस से ही खड़ी बोली का क्रमवार विकास देखा है और एक खड़ी बोली का जो क्रमवार विकास हुआ है और एक समृद्ध भाषा बनकर आज हिंदी हमारे सामने खड़ी है, इसकी पूरी यात्रा को मैं प्रणाम करता हूं और वो हमारे लिए हमेशा प्रेरणा का स्रोत है। 19वीं सदी के अंतिम 2 दशक हमारे देश के इतिहास को देखे तो घटना बहुल थे। ढेर सारी घटनाओं समांतर रूप से देश भर में घटित होती गई। 1893 में आर्य समाज के अंदर एक आंदोलन चला। साकार और पश्चिमी शिक्षा के मुद्दे पर एक बहुत बड़ा मतभेद हुआ और उस वक्त शिक्षा का माध्यम क्या हो, शिक्षा की भाषा क्या हो, इस पर पहली बार चर्चा हुई, जिसको अधिकृत चर्चा कह रहे हैं। और 1868 में पहली बार यहां पर कुछ ब्राह्मण विद्वानों ने इस मुद्दे को उठाया था और मांग उठी थी कि शिक्षा की भाषा हिंदी होनी चाहिए। और इस मांग को तत्कालीन लेफ्टिनेंट गवर्नर ने मान भी लिया और नौकरों में जो अभिजात्य तरीके से उर्दू भाषा को प्राथमिकता दी जाती थी, उसको चुनौती मिलकर हिंदी राजभाषा बनने की दिशा में पहला कदम उसी वर्ष रखा गया। हिंदी भाषा का उन्नयन, उसका कोश और व्याकरण कैसा बने, इसकी शुरुआत भी 1893 में काशी नागरी प्रचारिणी सभा के स्थापना का कारण ही वो था कि हिंदी का शब्दकोश बने, इसका उन्नयन हो और उसके व्याकरण का कोई प्रारूप बने। हिंदी का पहला व्याकरण कामता प्रसाद गुरु ने इसी शहर में लिखा और उसको आगे बढ़ाया। हिंदी का पहला शब्दकोश, हिंदी शब्द सागर, यही बनारस के अंदर बना और उसको फिर अनेक विद्वज्जन समृद्ध करते गए। हिंदी भाषा और साहित्य का पहला संगठित इतिहास पंडित रामचंद्र शुक्ल ने इसी काशी के अंदर लिखा। हिंदी भाषा की पहली कहानियों में एक कहानी, कोई ऐसा रिकॉर्ड नहीं होता है मगर किंवदंती है, राजा भोज का सपना, और शिव प्रसाद सितारे हिंद ने यहीं पर लिखी। पहली हिंदी पत्रिका हरिश्चंद्र मैगजीन और हरिश्चंद्र चंद्रिका भी यहीं पर शुरू हुई। कविताओं की पहली पत्रिका कवि वचन सुधा, महिलाओं की पहली पत्रिका बाल बोधिनी भी यहीं शुरू हुई। और भारत के अंदर हिंदी थिएटर की पहली शुरुआत भी यही काशी के अंदर हुई, जहां से नाट्य कला आगे बढ़ी। मित्रों, भाषा तो बन गई, साहित्य रचा जाने लगा, मगर हिंदी की पढ़ाई कैसी हो, इसका पाठ्यक्रम कैसे हो, इस बात की चिंता भी पंडित मदन मोहन मालवीय ने यही हमारे हिंदू विश्वविद्यालय के अंदर की। लाला भगवान दीन और बाबू श्याम सुंदर दास के नेतृत्व में हिंदी का पहला पाठ्यक्रम बनाने का काम मालवीय जी के तत्वाधान में हुआ और उसको तुरंत ही देश भर के सभी विश्वविद्यालयों ने उसको स्वीकार किया और आगे बढ़ा। और तुलसीदास को कैसे भूल सकते हैं, योगी जी ने इसका बहुत अच्छे तरीके से उल्लेख किया है। मैं इतना ही कहना चाहता हूं मित्रों, तुलसीदास ने अवधि में रामचरितमानस न लिखा होता तो शायद रामायण आज लुप्त हो गया होता। मानव जीवन को उन्नत बनाने की यह कथा कोई भी नकारात्मक पहलू रखे बगैर आदर्श पति कैसा हो सकता है,
तो रामायण में ढूंढ सकते हैं। आदर्श पिता कैसा हो सकता है, रामायण में ढूंढ सकते हैं। आदर्श भाई कैसा हो सकता है, रामायण में ढूंढ सकते हैं। आदर्श पत्नी कैसी होती है, रामायण में ढूंढ सकते हैं। आदर्श शासन कैसा हो सकता है, तो आज भी कहते हैं रामराज होना चाहिए। और आदर्श शत्रु कैसा होना चाहिए, वो भी रावण के स्वरूप में हम रामायण में ही ढूंढ सकते हैं। कि जो मरण सैया पर पड़ा है और प्रभु श्री राम भरत को भेजते हैं कि रावण विद्वत जन है, इसने सुशासन के बहुत सारे पाठ अमल में लाए हैं, जमीन पर उतारा है, सोने की लंका बनाई है। उससे तनिक जाकर ये विद्या लुप्त न हो जाए, जाकर सीख लो कि सुशासन कैसे हो। और कोई झिझक के बगैर भरत को उन्होंने सुशासन के पाठ सिखाए थे। मित्रों, ये रामायण ग्रंथ को तुलसीदास जी ने यहीं आगे बढ़ाने का काम किया और वहीं से ये अवधि और जितनी भी हिंदी की बोलियां हैं उसको लोकप्रिय बनाने की भी शुरुआत हुई। अनेक हिंदी के विद्वान जयशंकर प्रसाद, मुंशी प्रेमचंद, आचार्य रामचंद्र शुक्ल, बाबू श्याम सुंदर दास, सभी ने यहीं पर हिंदी को आगे बढ़ाने का काम किया। और इसलिए मैं मानता हूं कि हिंदी को मजबूत करने का और घर घर पहुंचाने का और अपनी स्वभाषाओं को मजबूत करने का और राजभाषा के साथ जोड़ने का जो नया अभियान शुरू होने जा रहा है आजादी के अमृत महोत्सव के अंदर, उसके लिए काशी से उचित स्थान कोई हो ही नहीं सकता। और ये बहुत अच्छा हुआ है कि आज देश भर के हिंदी के विद्वान यहां पर उपस्थित हैं। मित्रों, हिंदी भाषा के लिए ढेर सारी चीजें कंट्रोवर्सी खड़ी होने का प्रयास किया गया, मगर वो समय अब समाप्त हो गया है। मैं बचपन से देखता था कि अंग्रेजी नहीं बोलने आती, अंग्रेजी नहीं बोल सकते, तो एक लघुता ग्रंथि की निर्मित बच्चे के मन के अंदर हो जाती थी। मैं आपको दावे से कहता हूं कि कुछ समय के बाद ऐसा समय आएगा कि मेरी भाषा में नहीं बोल सकता, इसलिए लघुता ग्रंथि का अनुभव। क्योंकि देश के प्रधानमंत्री जी ने अपनी कृति से गौरव के साथ अपनी भाषाओं को दुनिया भर के अंदर और देश भर के अंदर प्रस्थापित करने का काम किया है। शायद ही कोई प्रधानमंत्री होगा जिनको वैश्विक मंच पर इतना सम्मान मिला होगा जितना श्री नरेंद्र मोदी जी को मिला है। शायद ही कोई प्रधानमंत्री, मगर हर जगह पे नरेंद्र भाई ने दुनिया में भारत की बात अपनी राजभाषा में रखकर राजभाषा के गौरव को, जो देश अपनी भाषा खो देता है वो कालक्रम में अपनी सभ्यता को भी खो देता है, अपनी संस्कृति को भी खो देता है और अपने मौलिक चिंतन को भी खो देता है। और जो देश अपने मौलिक चिंतन को खो देते हैं वो दुनिया को आगे बढ़ाने के लिए कंट्रीब्यूट नहीं कर सकते, योगदान नहीं कर सकते। इसलिए हमारे लिए बहुत महत्वपूर्ण है कि हमारी भाषाओं को हम संभाल। मैं कई सारे लोगों को मिलता हूं, मैं देशों के नाम बोलना नहीं चाहता, मैं जब उनको पूछता हूं कि आपकी पहले भाषा कौन सी थी और वो भाषा का हाल क्या है आपके देश में, तो शर्म के मारे सर झुका देते हैं। मैं चाहता हूं कि 100 साल के बाद कोई भारतीय का सर शर्म के मारे न झुके, हमारी भाषा चिरंजीव बने, हमारी भाषाएं आगे बढ़े। और भाषा बहुत महत्वपूर्ण स्थान रखती है समाज जीवन को आगे बढ़ाने का, संस्कृति के धारा प्रवाह को आगे बढ़ाने का, और संस्कृति के धारा प्रवाह से निपजे हुए ज्ञान को दुनिया भर में फैलाने का ये भाषा बहुत महत्वपूर्ण शब्द। और इसीलिए हमारे यहां भाषा में अक्षर शब्द का प्रयोग कर रहा है। अक्षर शब्द देखने में सीधा साधा है, पर इसको जरा एक बार तोड़ कर देखिए। अक्षर, जिसका क्षरण कभी नहीं होता है, उसको अक्षर कहते हैं। और इसलिए हम इसको अक्षर ब्रह्म भी कहते हैं।
हमारे यहाँ भाषाओं का इतना सम्मान हमारी संस्कृति के अंदर किया गया है। महर्षि पाणिनि, महर्षि पातंजलि और महर्षि भर्तृहरि ने भाषाओं के लिए अनेक प्रकार की विधाओं को हमारे देश के अंदर जन्म दिया। आज वो विधाएं लुप्त नहीं हुए, आज भी कुछ लोग संभाल कर उसको आगे बढ़ रहे हैं। और मुझे भरोसा है कि एक बार देश की जनता ये आजादी के अमृत काल में मन बना ले और हमारे देश का व्यवहार, हमारे देश की बोलचाल, हमारे देश का पत्र व्यवहार, हमारे देश का शासन स्वभाषा में चलना शुरू हो जाए, अपने आप महर्षि पतंजलि और पाणिनि हमें जो देकर गया है वो तुरंत पुनर्जीवित हो जाएगा मित्रों। और मैं आज इस सम्मेलन के माध्यम से देश भर के अभिभावकों को भी अपील करने आया हूं, उनको अनुरोध करने आया हूं कि आप आपके बच्चों के साथ अपनी भाषा में बात करें। बच्चे चाहे किसी भी माध्यम में पढ़ते हो, घर के अंदर अपनी भाषा में इनसे बात करिए, उनका आत्मविश्वास जगाइए, अपनी भाषा बोलने के लिए जो झिझक है उसके मन से एक बार निकाल दीजिए। इससे भाषा का तो भला होगा, मगर उससे ज्यादा भला आपके बच्चे का होगा, आपकी संतानों का होगा। क्योंकि मौलिक चिंतन स्वभाषा से ही आ सकता है। दूसरी भाषा रटी रटाए ज्ञान को तो दे सकती है, ज्ञान को अर्जित करना है और ज्ञान को आगे बढ़ाने का जो यात्रा है वो मौलिक चिंतन से ही हो सकता है, और मौलिक चिंतन स्वभाषा से ही प्राप्त हो सकता है। अगर आपने आपके बच्चे के मौलिक चिंतन को एक बार समाप्त कर दिया तो आपका बच्चा देने वाला नहीं बनेगा, लेने वाला बनेगा। और हर माँ बाप ने ये लक्ष्य रखना चाहिए कि मेरा बेटा, मेरी बेटी, मेरी संतान दुनिया को देने वाले बने, दुनिया से लेने वाले बने। और इसलिए ये भाषा, हमारी स्वभाषा को मजबूत करना बहुत जरूरी है मित्रों, दुनिया में लगभग 6000 भाषाएं बोली जाती हैं, मगर मैं मानता हूं कि भाषाओं के बारे में हमारे देश को ईश्वर की कृपा है, मां सरस्वती की कृपा है। सबसे ज्यादा बोली जाने वाली और लिपिबद्ध भाषाएं अगर किसी एक देश में है तो वो भारत के अंदर है। और हजारों साल का हमारा इतिहास, हजारों साल की हमारे संस्कृति का धारा प्रवाह इसके अंदर समाहित, उसको आगे बढ़ाना है। भाषा जितनी सशक्त होगी, समृद्ध होगी, उतनी ही संस्कृति सभ्यता विस्तृत होगी और सशक्त होगी, और उतनी ही चिरंजीव होगी। अगर हम हमारी संस्कृति को संभाल कर रखना चाहते हैं, इसको आगे ले जाना चाहते हैं, तो हमारी भाषाओं को हमने मजबूत करना पड़ेगा। अपनी भाषा से जुड़ाव, अपनी भाषा से लगाव और अपनी भाषा के उपयोग से मैं युवाओं को आह्वान करना चाहता हूं, कभी भी शर्म मत रखिए, ये गौरव का विषय है। और मैं फिर से एक बार कहना चाहता हूं, मैं हिंदी में भाषण कर रहा हूं, हो सकता है कोई शब्द मेरे गुजराती में आ जाएंगे, मगर हिंदी में मैं बात करता हूं, गुजराती में शब्द आ जाएंगे, मगर देश भर से अलग अलग प्रदेशों से आए सारे लोग उसको समझ जाएंगे, उसका मुझे पूरा भरोसा है, क्योंकि हमारी हर भाषा एक दूसरे के साथ जुड़ी हुई है। मित्रों, आज मैं फिर से कहना चाहता हूं कि हमारा पूरा बल होना चाहिए कि ये जो लघुता ग्रंथि अंग्रेजी शासन काल के अंदर हुई है वो बदलनी पड़ेगी, उसको युवाओं के मन से निकालना पड़ेगा, और घबराहट की जगह गौरव की अनुभूति हो, इस प्रकार के वातावरण की निर्मित होनी। किसी भी मंच पर आप अपनी भाषा के अंदर आपके मौलिक विचारों को रखिए। एक जमाना था जब घबराहट होती थी, मैं बताता हूं एक जमाना अब शुरू हो चुका है जब गौरव की अनुभूति होगी। घबराहट से गौरव को बदलना ये बहुत बड़ी उपलब्धि है नरेंद्र मोदी जी के शासनकाल की। स्वभाषा ही अभिव्यक्ति को सुनिश्चित करती है, स्वभाषा ही चिंतन को गति देती है, और स्वभाषा ही
नए परिमाणों को और नए परिमाणों की दिशा में सोचने के लिए हमें उद्वेलित करती है। स्वभाषा व्यक्ति के विकास के लिए बहुत महत्वपूर्ण है। मित्रों, आत्मसम्मान अगर हमें खड़ा करना है तो हमें राजभाषा और स्वभाषा दोनों को मजबूत करना पड़ेगा। मित्रों, प्रधानमंत्री जी के नेतृत्व में जो नई शिक्षा नीति बनी है, इसका एक प्रमुख स्तंभ है कि भारतीय भाषाओं का संरक्षण और संवर्धन और राजभाषा का भी संरक्षण और संवर्धन। शिक्षा का मूल आधार सोचना है। शिक्षा का मूल आधार स्मरण है। लिखाई पढ़ाई होती रहती है, इसीलिए एक जमाने में हमारे यहां श्रुति और स्मृति को महत्व देते थे, मगर सोचना और स्मरण करना दोनों चीजें स्वभाषा में जितने अच्छे तरीके से होती है, इतना कहीं पर भी नहीं होता है। और मैं आप सबको आग्रह करना चाहता हूं कि मोदी जी के नेतृत्व में जो नई शिक्षा नीति बनी है, इसका आप अध्ययन करिए। इसमें स्वभाषा पर, राजभाषा पर बहुत बल दिया गया है और मोदी जी के नेतृत्व में अनेक प्रकार के अभ्यासक्रम, इंजीनियरिंग का हो या मेडिकल का हो, इस सब के अनुवाद अलग अलग भाषाओं में, अभी तक तो 8 भाषाओं में तो शुरू हो चुके, राजभाषा में भी शुरू हो चुके। इसकी पढ़ाई लिखाई जब जिस दिन इस भाषाओं में शुरू होगी, मैं बताता हूं अनुसंधान में हमारा देश सबसे ऊपर होगा, क्योंकि अनुसंधान अपनी भाषा में ही सबसे अच्छा हो सकता है। हमारा देश पिछड़ गया, इसका मूल कारण यह है कि पढ़ाई लिखाई, अनुसंधान के विषय हमारी भाषाओं में नहीं हुए। और मोदी जी ने ये जो परिवर्तन किया है, वो परिवर्तन आने वाले दिनों में भारत के भविष्य को बदलने वाला परिवर्तन होने वाला है, इसका मुझे अभी बहुत विश्वास है। मैं आज सभी इस सभागार के अंदर, तुलसी सभागार के अंदर जो लोग बैठे हैं, सभी को अनुरोध करता हूं कि नया शिक्षा नीति का जो एक मुख्य बिंदु है अपनी भाषाओं को मजबूत करने का, उसको आप देश भर में इसके स्वागत का एक माहौल बनाइए, इसके स्वागत के लिए एक अनुकूल वातावरण की निर्मित कराइए। जब तक देश की प्रशासन और नौकरशाही की भाषा देश की नहीं हो सकती, लोकतंत्र सफल ही नहीं हो सकता। प्रशासन की भाषा ऐसी हो जो 5-7% लोग समझ सकते हो, तो लोकतंत्र कैसे सफल होगा? लोकतंत्र तभी सफल हो सकता है जब प्रशासन की भाषा स्वभाषा हो, राजभाषा हो। और मैं बड़े गौरव के साथ आप लोगों के सामने कहना चाहता हूं कि आज गृह मंत्रालय में एक भी फाइल ऐसी नहीं है जो अंग्रेजी में लिखी जाती है या पढ़ी जाती है। पूर्णतया हमने राजभाषा को स्वीकार किया। और बहुत सारे विभाग भी इस दिशा में आगे बढ़ रहे हैं और मुझे भरोसा है कि शासन तभी लोकभोग्य होता है जब आम जन की भाषा में शासन चलता है। आप कोई भी परिपत्र निकाल दो, कोई भी अध्यादेश निकाल दो, अगर जब आपके देश की जनता ही उसको पढ़ नहीं सकती, इसको स्वीकार कैसे करेंगे? और ये परिवर्तन मोदी जी के नेतृत्व में आ रहा है। मित्रों, अमृत काल के अंदर हमने कुछ लक्ष्य तय करने पड़े। किस देश की शिक्षा की भाषा स्थानीय भाषा और राजभाषा हो, इस देश की प्रशासन की भाषा स्थानीय भाषा और राजभाषा हो, इस देश की न्याय व्यवस्था की भाषा स्थानीय भाषा और राजभाषा हो, इस देश की तकनीक की भाषा स्थानीय भाषा और राजभाषा हो, और जनसंचार की भाषा, मनोरंजन की भाषा भी स्थानीय और राजभाषा में हो। अगर हम ये लक्ष्य तय करते हैं और कोई संघर्ष करने की जरूरत नहीं है।
ये उद्देश्य इतने बड़े हैं, सिर्फ हम विश्वास के साथ, आत्मविश्वास के साथ लोगों के सामने लगे, जनमानस उसको तुरंत स्वीकार कर लेगा। कोई संघर्ष मत करिए। राजभाषा के प्रचार के लिए किसी के साथ संघर्ष की जरूरत नहीं है, स्वभाषा के प्रचार के लिए किसी के साथ संघर्ष की जरूरत नहीं है। वो अब इसकी नियति है इसका बढ़ना, इसकी नियति है इसका आगे बढ़ना। हमें उसमें उद्दीपक का काम करना है, हमें इसको आगे ले जाने का वाहक का काम करना है, और वो आज मुझे लगता है कि हमने तय करना चाहिए। ये 5 जो चीजें हैं जहां भाषा को हमने मजबूत करना है, उस पर मेरा आप सबसे आग्रह है कि देश में इस प्रकार की वातावरण की निर्मित करने के लिए भी हम आगे बढ़े। मित्रों, देश का आजादी का इतिहास और देश के इतिहास को अलग अलग भाषाओं में, अलग अलग राज्यों में राज्यों के इतिहास पढ़ा है। मेरा तो सभी विद्वज्जनों से आग्रह है कि इसका राजभाषा में अनुवाद करने की एक मुहिम चलानी चाहिए। गुजरात का इतिहास है, अगर वो गुजराती में है तो उत्तर प्रदेश का बच्चा कैसे पढ़ेगा? अगर ये राजभाषा में है तो पढ़ पाएगा। उड़ीसा का एक अपना इतिहास है, अगर वो सिर्फ ओडिया भाषा में है तो वो गुजरात का बच्चा कैसे पढ़ेगा? हिमाचल का बच्चा कैसे पढ़ेगा? अगर वो राजभाषा में है तो वो उसको पढ़ पाएगा। और राष्ट्रीय एकात्मता की निर्मित के लिए बहुत जरूरी है कि देश के कोने कोने में बिखरे हुए इतिहास की घटनाओं को और इतिहास के पुस्तकों को राजभाषा में अनुवादित किया जाए। एक राजभाषा विभाग ने अभी एक अभियान दिया है, कार्यालयीन कामकाज के लिए सरल सुस्पष्ट शब्दकोश रखेंगे, मगर मैं हिंदी के विद्वानों को थोड़ा एकदम गले नहीं उतरेगा, हजम भी नहीं होगा, हमने हिंदी को लचीली भी बनानी पड़ेगी। हिंदू की स्वीकृति अगर लानी है तो हिंदी को लचीली बनानी पड़ेगी। मैं एक उदाहरण देना चाहता हूं। वीर सावरकर इस देश में अनेक प्रकार के कामों के लिए जाने जाते हैं, दुनिया भर में इनकी स्वीकृति है, पूरा देश उनको वीर सावरकर करके सम्मानित करता है। मगर आप लोगों के ध्यान में बहुत कम होगा कि वीर सावरकर ने स्वभाषा और राजभाषा के लिए बहुत बड़ा काम किया था, हिंदी का शब्दकोश बनाया था। और कई ऐसे शब्दों को मैं जानता हूं जो सावरकर जी न होते तो आज शायद हम अंग्रेजी शब्दों का ही प्रयोग करते होंगे। जैसे पिक्चर देखते हैं हम तो उसमें आता है डायरेक्टर, इसके लिए कोई शब्द नहीं था, उन्होंने निर्देशक शब्द दिया। आर्ट डायरेक्शन, उन्होंने शब्द दिया कला निर्देशन। कई सारे शब्द को उन्होंने दिया और हिंदी को समृद्ध बनाने का प्रयास किया। इसी प्रकार से अब समय आया है कि हम इस हिंदी को लचीली बनाएं। हमारी राज्यों की भाषा के शब्द भी अंदर आते हैं तो उससे परहेज न रखें। कोई विदेशी भाषा का भी शब्द आता है तो परहेज न रखे, उसका बोलने का माध्यम हिंदी हो जाए, उसके लिखने का माध्यम हिंदी हो जाए, इसके सोचने का माध्यम हिंदी हो जाए। इतना एक बार करो, हिंदी अपना रास्ता अपने आप कर लेगी बाद में। मगर हिंदी को लचीली भी बनाना पड़ेगा। और ये जो शब्दकोश राजभाषा विभाग तैयार कर रहा है, वो मुझे लगता है कि हिंदी को प्रशासन की भाषा बनाने में बहुत बड़ा योगदान हो। एक बार फिर अध्यापकों ने घेरिया सिक्ख्या मंत्री का घर, होया लाठीचार्ज। सिक्ख्या मंत्री हाय 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 हाय, सिक्ख्या मंत्री हाय 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 हाय, लट के खा गए हाय 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 हाय, कपी मंत्री मुर्दाबाद मुर्दाबाद मुर्दाबाद, सारा लंगड़ा मंत्री मुर्दाबाद मुर्दाबाद मुर्दाबाद, कड़िया कैबिनेट मुर्दाबाद मुर्दाबाद मुर्दाबाद, गुंडिया दी सरकार मुर्दाबाद मुर्दाबाद। ਪਹਿਲਾਂ ਅਸੀਂ ਰੁਜ਼ਗਾਰ ਲੈਣ ਦੇ ਲਈ ਪਟਿਆਲੇ ਜਾਂਦੇ ਸੀ, ਕੈਪਟਨ ਦੇ ਸ਼ਹਿਰ ਦੇ ਵਿੱਚ, ਉੱਥੇ ਵੀ ਸਾਨੂੰ
ਡੰਡੇ ਮਾਰੇ ਜਾਂਦੇ ਸੀ, ਖਿੱਚਾ ਧੂਆ ਹੁੰਦੀਆਂ ਸੀ। ਅੱਜ ਜਦੋਂ ਅਸੀਂ ਵਜਿੰਦਰ ਸਿੰਘ ਮੁਰਿੰਡੇ ਗਏ ਆ ਚੰਨੀ ਜੀ ਦੇ ਸ਼ਹਿਰ ਦੇ ਵਿੱਚ, ਉੱਥੇ ਵੀ ਕਾਂਗਰਸੀ ਗੁੰਡਿਆਂ ਦੁਆਰਾ ਸਾਡੇ ਤੇ ਹਮਲੇ ਕੀਤੇ ਗਏ ਨੇ, ਟੈਂਟ ਪੱਟ ਕੇ ਸਾਡੇ ਸਿਰ 'ਚ ਮਾਰੇ ਗਏ ਨੇ। ਅੱਜ ਜਦੋਂ ਅਸੀਂ ਆਪਣੇ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਦੇ ਗੇਟ ਦੇ ਅੱਗੇ ਆਏ ਆ, ਅੱਜ ਵੀ ਉਹੀ ਪੁਰਾਣਾ ਇਤਿਹਾਸ ਦੁਹਰਾਇਆ ਇਹਨਾਂ ਨੇ, ਉਹੀ ਸਲੂਕ ਕੀਤਾ। ਸਾਡੇ ਕੋਈ ਰੁਜ਼ਗਾਰ ਦੀ ਗੱਲ ਨਹੀਂ ਸੁਣੀ ਜਾ ਰਹੀ। ਅੱਜ ਵੀ ਸਾਡੇ ਨਾਲ ਧੱਕਾ ਮੁੱਕੀ ਹੋਈ ਆ। ਮੇਲ ਪੁਲਿਸ ਪ੍ਰਸ਼ਾਸਨ ਦੁਆਰਾ ਸਾਡੇ ਛਾਤੀਆਂ 'ਚ ਡੰਡੇ ਤੱਕ ਮਾਰੇ ਗਏ ਨੇ, ਸਾਡੇ ਕੱਪੜੇ ਤੱਕ ਖਿੱਚੇ ਗਏ ਨੇ, ਸਾਡੇ ਲੱਤਾਂ ਤੱਕ ਮਾਰੀਆਂ ਗਈਆਂ ਨੇ। ਭੱਦੀ ਸ਼ਬਦਾਵਲੀ ਗਾਲੀ ਗਲੋਚ ਤੱਕ ਕੀਤਾ ਗਿਆ। ਕੋਈ ਫਰਕ ਨਹੀਂ ਹੈਗਾ, ਚਾਹੇ ਮੁੱਖ ਮੰਤਰੀ ਜੀ ਬਦਲ ਗਏ, ਸਿੱਖਿਆ ਮੰਤਰੀ ਜੀ ਬਦਲ ਗਏ, ਪਰ ਪੰਜਾਬ ਦੇ ਬੇਰੁਜ਼ਗਾਰ ਪੌਣੇ 5 ਸਾਲ ਤੋਂ ਇੱਕ ਰੁਜ਼ਗਾਰ ਨੂੰ ਲੈ ਕੇ ਇੰਨੀਆਂ ਡਿਗਰੀਆਂ ਮਿਹਨਤ ਕਰਕੇ ਡਿਗਰੀਆਂ ਦਾ ਥੱਪਾ ਸਾਡੇ ਕੋਲ ਪਿਆ, ਪਰ ਪੰਜਾਬ ਦੇ ਬੇਰੁਜ਼ਗਾਰ ਸੜਕਾਂ ਤੇ ਹੀ ਰੁਲ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੂੰ ਜਿਹੜਾ ਕਿ ਲੇਡੀ ਫੋਰਸ ਲਗਾਉਣੀ ਚਾਹੀਦੀ ਸੀ ਇੱਥੇ, ਜਿਹੜੀ ਕਿ ਉਹਨਾਂ ਨੇ ਲੇਡੀ ਫੋਰਸ ਲਗਾਈ ਹੈ ਕਿ ਜਿਹੜੀ ਲੇਡੀ ਨਾਲ ਘੱਟ ਹੈ? ਤੁਸੀਂ ਖੁਦ ਵੀ ਦੇਖਿਆ ਹੋਵੇਗਾ, ਤੁਹਾਨੂੰ ਨਹੀਂ ਲੱਗਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲੇਡੀਜ਼ ਫੋਰਸ ਦਾ ਵੀ ਜਿਹੜਾ ਇੱਥੇ ਬੰਦੋਬਸਤ ਕਰਨਾ ਚਾਹੀਦਾ ਹੈ ਪ੍ਰੋਪਰ ਤਰੀਕੇ ਨਾਲ? ਜਿਹੜੀ ਲੇਡੀਜ਼ ਕਿਉਂਕਿ ਜਿਹੜਾ ਪਹਿਲਾਂ ਹੀ ਇਹਨਾਂ ਨੂੰ ਪਤਾ ਸੀਗਾ ਕਿ ਜੇ ਅਧਿਆਪਕ ਆ ਰਹੇ ਨੇ ਵਿੱਚ ਲੇਡੀਜ਼ ਵੀ ਨੇ, ਜੈਂਟਸ ਵੀ ਨੇ, ਤੇ ਇਹਨਾਂ ਨੂੰ ਲੇਡੀਜ਼ ਫੋਰਸ ਦਾ ਵੀ ਪ੍ਰੋਪਰ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀ। ਬਿਲਕੁਲ ਚਾਹੀਦਾ ਸੀ ਜੀ। ਦੇਖੋ ਇਹ ਉਹ ਸਰਕਾਰ ਹੈ ਜਿੱਥੇ ਇੱਕ ਕਹਾਵਤ ਹੁੰਦੀ ਹੈ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ, ਪਰ ਇੱਥੇ ਜਿਵੇਂ ਇਹਨਾਂ ਦੇ ਘਰਾਂ 'ਚ ਕੋਈ ਮਾਂ ਭੈਣ ਹੁੰਦੀ ਹੋਣੀ, ਕੋਈ ਇਹਨਾਂ ਦੇ ਘਰਾਂ 'ਚ ਹੈ ਨਹੀਂ। ਇਹ ਇੱਦਾਂ ਹੀ ਸਾਡੇ ਇੱਥੇ ਮੇਲ ਪੁਲਿਸ ਪ੍ਰਸ਼ਾਸਨ ਦੁਆਰਾ ਸਾਡੇ ਚੁੰਨੀਆਂ ਖਿੱਚ ਲੈਂਦੇ ਨੇ, ਇੱਦਾਂ ਹੀ ਗਾਲੀ ਗਲੋਚ ਕਰੀ ਜਾਂਦੀ ਹੈ, ਸਾਡੇ ਲੱਤਾਂ ਤੱਕ ਮਾਰੇ ਜਾਂਦੇ ਨੇ, ਡੰਡੇ ਤੱਕ ਮਾਰੇ ਜਾਂਦੇ ਨੇ। ਇਹ ਕਾਂਗਰਸ ਸਰਕਾਰ ਹੈ ਜਿਨ੍ਹਾਂ ਨੇ ਪੌਣੇ 5 ਸਾਲ ਤੋਂ ਪੰਜਾਬ ਦੇ ਬੇਰੁਜ਼ਗਾਰਾਂ ਦਾ ਖੂਨ ਚੂਸ ਰੱਖਿਆ। ਅਸੀਂ ਅੱਗੇ ਰਹਿ ਗਏ ਸੜਕਾਂ ਦੇ ਫਿਰ ਕੇ। ਸਾਡੀਆਂ ਡਿਗਰੀਆਂ ਇੰਨੀ ਮਿਹਨਤ ਨਾਲ ਕਰੀਆਂ ਹੋਈਆਂ, ਕੋਈ ਮੁੱਲ ਨਹੀਂ ਪੈ ਰਿਹਾ। ਪਰ ਇਹ ਜਿਹੜੇ ਲੇਡੀ ਪੁਲਿਸ ਕਾਂਸਟੇਬਲ ਇਹ ਕਿਤੇ ਵੀ ਨਹੀਂ ਲਗਾਉਂਦੇ, ਕਾਂਗਰਸ ਸਰਕਾਰ ਕਿਤੇ ਵੀ ਨਹੀਂ ਲਗਾਉਂਦੀ। ਅਸੀਂ ਮਰਿੰਡੇ ਜਾਂਦੇ, ਉੱਥੇ ਵੀ ਮੇਲ ਪੁਲਿਸ ਪ੍ਰਸ਼ਾਸਨ ਦੇ ਮੂੰਹਾਂ ਦੇ ਵਿੱਚ ਬੀੜੀਆਂ ਹੁੰਦੀਆਂ ਨੇ, ਬੀੜੀਆਂ ਪਾ ਕੇ ਉਹ ਸਾਨੂੰ ਗਾਲਾਂ ਕੱਢ ਰਹੇ ਹੁੰਦੇ ਨੇ, ਤੇ ਲੇਡੀ ਪੁਲਿਸ ਕਿਤੇ ਵੀ ਨਹੀਂ ਹੁੰਦੀ। ਅਸੀਂ ਖੁਦ ਲਾਸਟ ਟਾਈਮ ਮੈਨੂੰ ਯਾਦ ਹੈ, ਅਸੀਂ ਖੁਦ ਕਹਿ ਕੇ ਇੱਕ ਲੇਡੀ ਕਾਂਸਟੇਬਲ ਮੰਗਵਾਇਆ ਸੀ ਉੱਥੇ। ਜਦੋਂ ਅਸੀਂ ਰਾਜੇ ਦੇ ਮਹਿਲਾਂ ਤੱਕ ਜਾਂਦੇ ਸੀ, ਉੱਥੇ ਵੀ ਲੇਡੀ ਕਾਂਸਟੇਬਲ ਨਹੀਂ ਸੀ, ਉੱਥੇ ਵੀ ਮੇਲੇ ਸੀ। ਇਹ ਜਿਹੀ ਕਾਂਗਰਸ ਸਰਕਾਰ ਹੈ ਜਿਨ੍ਹਾਂ ਨੇ ਪੌਣੇ 5 ਸਾਲ ਤੋਂ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਸਿਰਫ ਡੰਡੇ ਦਿੱਤੇ ਨੇ, ਚੁੰਨੀਆਂ ਲਾਈਆਂ ਨੇ, ਬਾਲ ਪੱਟੇ ਨੇ, ਸਾਡੇ ਲੱਤਾਂ ਮਾਰੀਆਂ ਨੇ, ਜੇਲਾਂ ਥਾਣੇ ਝੂਠੇ ਪਰਚੇ ਤੱਕ ਸਾਡੇ ਤੇ ਖੜੇ ਹੋਏ ਨੇ। ਪਰ ਅਸੀਂ ਹਿਸਾਬ ਦੇਵਾਂਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ। ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਮੁੱਖ ਮੰਤਰੀ, ਇਹਨਾਂ ਦਾ ਲਾਣਾ, ਇਹ ਸਿੱਖਿਆ ਮੰਤਰੀ, ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਾਡੇ ਘਰਾਂ ਦੇ ਵਿੱਚ ਵੜ ਕੇ ਦਿਖਾਵੇ, ਅਸੀਂ ਹਿਸਾਬ ਲਵਾਂਗੇ। ਪਿਛਲੇ ਦਿਨ ਘਰਾਵ ਕੀਤਾ ਗਿਆ ਸੀਗਾ ਤੇ ਪ੍ਰਗਟ ਸਿੰਘ ਜੀ ਵੱਲੋਂ ਟਾਈਮ ਲਿੱਤਾ ਗਿਆ ਸੀਗਾ ਗੱਲਬਾਤ ਤੁਹਾਡੇ ਨਾਲ ਕਰਕੇ, ਕੀ ਗੱਲ ਉਹ ਟਾਈਮ ਤੇ ਖਰੇ ਨਹੀਂ ਉਤਰੇ ਤਾਂ ਕਰਕੇ? ਨਹੀਂ ਉਤਰੇ ਜੀ, ਬਿਲਕੁਲ। ਉਹਨਾਂ ਨੇ ਸਾਨੂੰ ਖੁਦ ਕਿਹਾ ਸੀ ਕਿ ਅਸੀਂ ਤੁਹਾਨੂੰ 4 ਦਿਨਾਂ ਬਾਅਦ ਖੁਦ ਮੈਸੇਜ ਕਰਕੇ ਬੁਲਾਵਾਂਗੇ, ਪਰ ਉਹ 4 ਦਿਨ ਵੀ ਗਏ, ਕੋਈ ਸਾਨੂੰ ਮੈਸੇਜ ਨਹੀਂ ਲੱਗਿਆ। ਇਸ ਲਈ ਅੱਜ ਅਸੀਂ ਖੁਦ ਗੇਟ ਦੇ ਅੱਗੇ ਆਏ ਔਰ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਡੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। ਇਸ ਵਾਰ ਅਸੀਂ ਇਹਨਾਂ ਨਾਲ ਕੋਈ ਮੀਟਿੰਗ ਨਹੀਂ ਕਰਨੀ। ਪੌਣੇ 5 ਸਾਲ ਤੋਂ ਅਸੀਂ ਮੀਟਿੰਗਾਂ ਹੀ ਕਰੀਆਂ ਨੇ, ਇਸ ਲਈ ਅੱਜ ਅਸੀਂ ਮੀਟਿੰਗ ਨਹੀਂ ਕਰਾਂਗੇ ਜਦੋਂ ਤੱਕ ਸਾਡੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ। ਪੰਜਾਬ ਭਰ ਦਾ ਕੋਈ ਵੀ ਬੇਰੁਜ਼ਗਾਰ ਇੱਥੋਂ ਨਹੀਂ ਜਾਊਗਾ। ਜੇ ਗੱਲ ਕਰੀਏ ਜਦੋਂ ਤੁਸੀਂ ਇੱਥੇ ਪਹੁੰਚੇ, ਕਿਸ ਤਰ੍ਹਾਂ ਦਾ ਵਤੀਰਾ ਸੀ ਪੁਲਿਸ ਦਾ ਦੇਖਣ ਦਾ? ਵਤੀਰਾ ਉਹੀ ਸੀ ਜੀ ਜਿਹੜਾ ਪੌਣੇ 5 ਸਾਲ ਤੋਂ ਤੁਸੀਂ ਵੀ ਦੇਖਿਆ ਹੋਣਾ ਪਟਿਆਲੇ ਕੈਪਟਨ ਦੇ ਸ਼ਹਿਰ ਦੇ ਵਿੱਚ, ਜਾਂ ਸਾਬਕਾ ਸਿੱਖਿਆ ਮੰਤਰੀ ਵਜਿੰਦਰ ਸਿੰਘਲਾ ਜੀ ਦੇ ਸ਼ਹਿਰ ਦੇ ਵਿੱਚ ਉਹੀ ਵਤੀਰਾ ਸੀ। ਤਾਂ ਹੀ ਸਾਡੇ ਡੰਡੇ ਮਾਰੇ ਗਏ ਨੇ, ਕੁੱਟਿਆ ਮਾਰਿਆ ਜਾਂਦਾ। ਜਿਹੜੇ ਅਸੀਂ ਪੜ੍ਹੇ ਲਿਖੇ ਬੱਚੇ ਆ, ਅਨੇਕਾਂ ਸਾਡੇ ਕੋਲ ਇੰਨੀਆਂ ਡਿਗਰੀਆਂ ਦੇ ਥੱਬੇ ਨੇ। ਅਸੀਂ ਇੰਨੀਆਂ ਰਾਤਾਂ ਸਾਰੀ ਰਾਤ ਤੱਕ ਅਸੀਂ ਪੜ੍ਹ ਕੇ ਆਪਣੀ ਅੱਖਾਂ ਤੱਕ ਗਾਲੀ ਬੈਠੇ ਆ। ਪਰ ਪੌਣੇ 5 ਸਾਲ ਤੋਂ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਦੀਵਾਲੀ ਦੀ ਰਾਤ ਨੂੰ ਤੁਸੀਂ ਆਏ ਸੀ, ਸਿੱਖਿਆ ਮੰਤਰੀ ਵੀ ਤੁਹਾਡੇ ਨਾਲ ਮਿਲੇ ਸੀ, ਕੀ ਗੱਲਬਾਤ ਹੋਈ? ਦੀਵਾਲੀ ਦੀ ਰਾਤ ਇਹਨਾਂ ਨੇ ਸਾਨੂੰ ਕੁਝ ਦਿਨਾਂ ਦਾ ਟਾਈਮ ਦਿੱਤਾ ਸੀ, ਉਹ ਕੁਝ ਦਿਨ ਪੂਰੇ ਹੋ ਗਏ ਨੇ। ਇਹਨਾਂ ਵੱਲੋਂ ਸਾਨੂੰ ਇੱਕ ਗੱਲ ਕਹੀ ਗਈ ਸੀ ਕਿ ਅਸੀਂ ਤੁਹਾਨੂੰ ਖੁਦ ਮੈਸੇਜ ਕਰਕੇ ਬੁਲਾਵਾਂਗੇ ਮੀਟਿੰਗ ਦੇ ਲਈ ਔਰ ਤੁਹਾਡਾ ਹੱਲ ਕਰਾਂਗੇ। ਉਹ ਟਾਈਮ ਵੀ ਲੰਘ ਗਿਆ, ਉਹ ਦਿਨ ਵੀ ਲੰਘ ਗਿਆ, ਉਹ ਤਰੀਕ ਵੀ ਲੰਘ ਗਈ, ਸਾਨੂੰ ਕੋਈ ਵੀ ਮੈਸੇਜ ਨਹੀਂ ਲੱਗਿਆ। ਇਸ ਲਈ ਅੱਜ ਪੰਜਾਬ ਭਰ ਦੇ ਬੇਰੁਜ਼ਗਾਰ ਦੁਬਾਰਾ ਸਿੱਖਿਆ ਮੰਤਰੀ ਜੀ ਦੀ ਕੋਠੀ ਦੇ ਅੱਗੇ ਬੈਠੇ ਨੇ। ਸੈਸ਼ਨ ਚੱਲ ਰਿਹਾ ਸੀ, ਸੈਸ਼ਨ ਤੋਂ ਕੋਈ ਉਮੀਦ ਸੀ ਕਿ ਸਾਡੇ ਅਧਿਕਾਰਾਂ ਦੀ ਕੋਈ ਗੱਲ ਕੀਤੀ ਜਾਵੇ? ਬਿਲਕੁਲ ਸਰ, ਪੰਜਾਬ ਦੇ ਬੇਰੁਜ਼ਗਾਰ ਪੌਣੇ 5 ਸਾਲ ਤੋਂ ਉਮੀਦਾਂ ਤੇ ਹੀ ਨੇ। ਉਮੀਦਾਂ ਦੇ ਦੌਰਾਨ ਹੀ ਅਸੀਂ ਅਨੇਕਾਂ ਸੈਸ਼ਨ ਲੰਘੇ ਨੇ। ਪੌਣੇ 5 ਸਾਲ ਦੇ ਵਿੱਚ ਅਨੇਕਾਂ ਅਸੀਂ ਸਾਬਕਾ ਸਿੱਖਿਆ ਮੰਤਰੀ ਵਜਿੰਦਰ ਸਿੰਘਲਾ ਜੀ ਨਾਲ ਮੀਟਿੰਗਾਂ ਕਰੀਆਂ ਨੇ।
ਹੁਣ ਆਪਣੇ ਨਵੇਂ ਆ ਗਏ, ਮੁੱਖ ਮੰਤਰੀ ਜੀ ਆ ਗਏ, ਚੰਨੀ ਸਾਹਿਬ ਆ ਗਏ, ਪ੍ਰਗਟ ਸਿੰਘ ਜੀ ਆ ਗਏ। ਸਿਰਫ ਇੱਕ ਚਿਹਰਾ ਬਦਲਿਆ, ਨੀਤੀਆਂ ਉਹੀ ਨੇ। ਇੱਕ ਪਹਿਰੂਪੀਆ ਰੂਪ ਹੈ ਚੰਨੀ ਸਾਹਿਬ ਦਾ ਜੋ ਕਿ ਇਹਨਾਂ ਨੇ ਧਾਰਨ ਕਰਿਆ ਹੋਇਆ, ਪਰ ਅਸਲੀਅਤ ਦੇ ਵਿੱਚ ਇਹਨਾਂ ਨੇ ਕੈਪਟਨ ਸਾਹਿਬ ਤੇ ਬਜਿੰਦਰ ਸਿੰਘਲਾ ਜੀ ਨੂੰ ਵੀ ਪਿੱਛੇ ਛੱਡਤਾ। ਸਾਡੀ ਰਣਨੀਤੀ ਕੀ ਹੈ? ਕਿਉਂਕਿ ਕੁਲਜੀਤ ਨਾਗਰਾ ਨੇ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਸਨਮਾਨਿਤ ਕਰਨ ਤੇ ਚੁੱਕੇ ਸਵਾਲ। ਪੰਜਾਬੀ ਤੇ ਹਿੰਦੀ ਦੋਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਜੋ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਆ, ਉਹਦੇ ਬਾਰੇ ਦੇ ਵਿੱਚ ਪੰਜਾਬੀ ਤੇ ਹਿੰਦੀ ਦੇ ਵਿੱਚ ਤੁਹਾਡੇ ਨਾਲ ਗੱਲ ਕਰੂੰਗਾ। ਅੱਜ ਸਾਡੀ ਇੱਕ ਐਕਟਰੈਸ, ਇੱਕ ਜੇ ਅਸੀਂ ਮਰਿਆਦਾ ਦੇ ਵਿੱਚ ਵੇਖੀਏ ਤੇ ਸਾਡੀ ਔਰਤ ਦੀ ਜਿਹੜੀ ਸਾਡੇ ਇੱਕ ਰਿਸਪੈਕਟ ਹੈ, ਚਾਹੇ ਉਹ ਮਾਂ ਹੋਵੇ, ਚਾਹੇ ਉਹ ਭੈਣ ਹੋਵੇ, ਚਾਹੇ ਉਹ ਬੀਬੀ ਹੋਵੇ, ਚਾਹੇ ਕਿਸੇ ਹੋਰ ਰਿਸ਼ਤੇ ਦੇ ਵਿੱਚ ਹੋਵੇ, ਉਹ ਸਾਡੇ ਸਮਾਜ ਦੇ ਵਿੱਚ ਬਹੁਤ ਹੈ। ਮੈਂ ਉਸ ਰਿਸਪੈਕਟ ਨੂੰ ਪਹਿਲਾਂ ਸਾਹਮਣੇ ਰੱਖਦਾ। ਪਰ ਕੰਗਨਾ ਰਣੌਤ ਜੀ ਨੇ ਜਿਹੜਾ ਇੱਕ ਬਿਆਨ ਦਿੱਤਾ ਆ ਕਿ ਜਿਹੜੀ 1947 15 ਅਗਸਤ 1947 ਨੂੰ ਜਿਹੜੀ ਦੇਸ਼ ਨੂੰ ਆਜ਼ਾਦੀ ਮਿਲੀ, ਉਹ ਇੱਕ ਭੀਖ ਸੀਗੀ। ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਆ ਔਰ ਮੈਨੂੰ ਸ਼ਰਮ ਆ ਰਹੀ ਹੈ ਕਿ ਉਹ ਇਸ ਦੇਸ਼ ਦੀ ਇੱਕ ਧੀ ਹੈ, ਕਿਉਂਕਿ ਉਸ ਆਜ਼ਾਦੀ ਨੂੰ ਲੈਣ ਵਾਸਤੇ ਸਾਡੇ ਵੱਡੇ ਵਡੇਰਿਆਂ ਨੇ ਹਜ਼ਾਰਾਂ ਸ਼ਹਾਦਤਾਂ ਦਿੱਤੀਆਂ, ਲੱਖਾਂ ਲੋਕਾਂ ਨੇ ਜੇਲ੍ਹਾਂ ਕੱਟੀਆਂ, ਕਾਲੇ ਪਾਣੀ ਗਏ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਪਰਿਵਾਰ ਜਿਹੜੇ ਨੇ ਉਹ ਆਪਣਾ ਘਰ-ਬਾਰ, ਜ਼ਮੀਨ ਜਾਇਦਾਦ ਆਪਣੇ ਛੱਡ ਕੇ, ਆਪਣੇ ਪਰਿਵਾਰਾਂ ਦੇ ਕਈ ਜੀ ਜਿਹੜੇ ਨੇ ਉਹਨਾਂ ਦੇ ਕਤਲ ਕਰਵਾ ਕੇ ਔਰ ਉਹਨਾਂ ਨੂੰ ਉਹਨਾਂ ਜਿਵੇਂ ਪਾਕਿਸਤਾਨ ਵਾਲੇ ਪਾਕਿਸਤਾਨ 'ਚ ਛੱਡ ਕੇ, ਹੋਰ ਦੇਸ਼ਾਂ ਵਾਲੇ ਉਹਨਾਂ ਦੇ ਵਿੱਚ ਛੱਡ ਕੇ, ਹਿੰਦੁਸਤਾਨ ਦੀ ਧਰਤੀ ਨੂੰ ਆਪਣਾ ਮੰਨ ਕੇ ਆਪਣਾ ਸਾਰਾ ਕੁਝ ਛੱਡ ਕੇ ਆ ਗਏ, ਜਿਸ ਦੇ ਵਿੱਚ ਮੇਰਾ ਆਪਣਾ ਪਰਿਵਾਰ ਵੀ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਵਿੱਚੋਂ ਆਪਣੇ ਜ਼ਮੀਨਾਂ, ਜਾਇਦਾਦਾਂ, ਘਰ-ਬਾਰ, ਇੱਥੋਂ ਤੱਕ ਕਿ ਰਿਸ਼ਤੇਦਾਰਾਂ ਦੇ ਕਤਲ ਕਰਵਾ ਕੇ, ਇਸ ਕਰਕੇ ਕਿ ਆਪਣੇ ਧਰਮ ਤੇ ਆਪਣੇ ਦੇਸ਼ ਦੀ ਖਾਤਰ ਹਿੰਦੁਸਤਾਨ ਦੇ ਵਿੱਚ ਆਏ। ਅੱਜ ਸਾਡੀ ਉਸ ਆਜ਼ਾਦੀ ਨੂੰ ਕੰਗਨਾ ਰਣੌਤ ਇੱਕ ਭੀਖ ਦੱਸ ਰਹੀ ਹੈ। ਇਦੋਂ ਮਾੜਾ RSS ਦਾ ਅਟੈਕ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਉੱਤੇ, ਦੇਸ਼ ਦੀ ਆਜ਼ਾਦੀ ਦੇ ਉੱਤੇ ਨਹੀਂ ਹੋ ਸਕਦਾ। ਔਰ ਇਹ ਜਿਹੜਾ ਉਹਨੂੰ ਅਵਾਰਡ ਦਿੱਤਾ ਗਿਆ ਆ ਦੇਸ਼ ਦੀ ਸਰਕਾਰ, BJP ਤੇ RSS ਦੀ ਸਰਕਾਰ ਵੱਲੋਂ, ਉਹਦੇ ਕੋਲੋਂ ਇਹ ਕਹਾਇਆ ਗਿਆ ਆ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ RSS ਦਾ ਰੋਲ ਜਿਹੜਾ ਸੀ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਰੋਲ ਸੀ, ਅੰਗਰੇਜ਼ਾਂ ਨਾਲ ਮਿਲੀ ਹੋਈ ਸੀਗੀ RSS। ਸੋ ਅੱਜ ਦੇ ਇਸ ਬਿਆਨ ਦੀ ਜਿੱਥੇ ਨਿੰਦਾ ਕਰਦੇ ਆ, ਉੱਥੇ ਮੈਂ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ, ਜਿਹੜੇ ਵੀ ਸੂਬਿਆਂ ਦੇ ਵਿੱਚ ਦੇਸ਼ ਦੇ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਜੰਗ ਲੜੀ ਹੈ, ਸਮੇਤ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਉਹਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ ਖੇਡਣ ਦੇ ਨਾਲ ਲਈ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰੇ ਦੇ ਉੱਤੇ ਜੋ ਉਹਨੇ ਚੋਟ ਕੀਤੀ ਹੈ, ਉਹਨੂੰ ਲੈ ਕੇ ਔਰ ਦੇਸ਼ ਦੀ ਆਜ਼ਾਦੀ ਨੂੰ ਭੀਖ ਦੱਸਣ ਨੂੰ ਲੈ ਕੇ ਔਰ ਦੇਸ਼ ਧਰੋਹ ਦਾ ਜਿਹੜਾ ਉਹਨੇ ਕੰਮ ਕੀਤਾ ਹੈ ਉਹਨੂੰ ਲੈ ਕੇ ਉਹਦੇ ਉੱਤੇ FIR ਹੋਣੀ ਚਾਹੀਦੀ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਉੱਤੇ। ਔਰ ਮੈਂ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਉਹ ਵੀ ਕੰਗਨਾ ਰਣੌਤ ਦੇ ਉੱਤੇ ਜਿਹੜਾ ਵੀ ਲੀਗਲ ਕਾਨੂੰਨੀ ਉਹਨਾਂ ਦਾ ਬਣਦਾ ਆ ਹੱਕ ਉਹ ਕਰਨ। ਔਰ ਮੈਂ ਖੁਦ ਵੀ, ਕਿਉਂਕਿ ਅਸੀਂ ਖੁਦ ਦੇਸ਼ ਦੀ ਆਜ਼ਾਦੀ ਦੇ ਲਈ, ਮੇਰੇ ਪੁਰਖੇ ਪਾਕਿਸਤਾਨ ਦੇ ਵਿੱਚੋਂ ਆਪਣੀ ਜ਼ਮੀਨ ਜਾਇਦਾਦ ਔਰ ਆਪਣੇ ਪਰਿਵਾਰਾਂ ਦੇ ਕਤਲ ਕਰਵਾ ਕੇ ਇੱਥੇ ਆਏ ਸੀ। ਸਾਡੇ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ। ਮੈਂ ਵੀ ਆਪਣੇ ਵਕੀਲਾਂ ਦੇ ਨਾਲ ਸਲਾਹ ਕਰਕੇ ਤੇ ਇਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹਨੂੰ ਵੀ ਕਰਾਂਗੇ।
ਤੁਸੀਂ FIR ਕਰਾਓਗੇ, ਦੇਸ਼ ਵਿਰੋਧ ਦਾ ਮੁਕੱਦਮਾ ਦਰਜ ਕਰਾਓਗੇ ਕੰਗਨਾ ਰਣਾਵਤ ਦੇ ਖਿਲਾਫ? ਮੈਂ ਤੁਹਾਨੂੰ ਕਿਹਾ ਆ ਕਿ ਮੈਂ ਆਪਣੇ ਵਕੀਲਾਂ ਦੇ ਨਾਲ, ਆਪਣੇ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਜਿਹੜੀ ਵੀ ਬਣਦੀ ਕਾਰਵਾਈ FIR ਜਾਂ ਕੋਰਟ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਕੋਈ ਬਣਦਾ ਹੈਗਾ ਆ ਕੇਸ, ਉਹਦੇ ਤੇ ਅਸੀਂ ਕਾਰਵਾਈ ਕਰਾਂਗੇ। ਲੱਗਦਾ ਕਿ RSS ਕਰਵਾ ਰਹੀ ਹੈ ਇਹ ਬਿਲਕੁਲ RSS ਦਾ ਏਜੰਡਾ ਆ, ਤਾਂ ਕਿ ਦੇਸ਼ ਦੀ ਆਜ਼ਾਦੀ ਦੇ ਉੱਤੇ ਮਹਾਤਮਾ ਗਾਂਧੀ ਵਰਗੇ ਸਪੂਤ, ਸਾਡੇ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸੁਭਾਸ਼ ਚੰਦਰ ਬੋਸ ਔਰ ਹੋਰ ਕਿੰਨੇ ਹਜ਼ਾਰਾਂ ਸ਼ਹੀਦ ਜਿਨ੍ਹਾਂ ਨੂੰ ਅੱਜ ਇਸ ਮੈਂ ਸਮਝਦਾ ਆ ਕਿ ਫਿਰ ਮੇਰੇ ਮੂੰਹ ਦੇ ਵਿੱਚੋਂ ਔਰਤ ਜਾਤ ਦੇ ਲਈ ਇੱਕ ਰਿਸਪੈਕਟ ਹੈ। ਕੰਗਨਾ ਰਣੌਤ ਨੇ ਜਿਹੜਾ ਇੱਕ ਅਟੈਕ ਕੀਤਾ ਆ, ਉਹ ਨਾ ਬਰਦਾਸ਼ਤ ਕਰਨ ਪਹਿਲਾਂ ਯੋਗ ਵੀ ਜਦੋਂ ਵੋਟ ਮਿਲਿਆ ਜਾਂ ਵੋਟ ਮਿਲਣ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਖਾਲਿਸਤਾਨੀ ਦੱਸਦੀ ਰਹੀ ਹੈ, ਉਦੋਂ ਵੀ ਕਿਹਾ ਮੈਂ ਐਕਚੁਅਲੀ ਇਹ RSS ਦਾ ਇੱਕ ਇਹ RSS ਦੇ ਇੱਕ ਜਿਵੇਂ ਕਹਿ ਦਈਏ ਨਾ ਕਿ ਉਹਨਾਂ ਨੇ ਆਪਣੇ ਵੱਲੋਂ ਜੋ ਕੁਝ ਕਹਾਉਣਾ ਹੁੰਦਾ ਆ, ਜੋ ਅੱਗੇ ਉਹਨਾਂ ਨੇ ਆਪਣੀ ਅੱਗੇ ਇੱਕ ਰਸਤਾ ਤੈਅ ਕਰਨਾ ਹੁੰਦਾ ਆ, ਉਸ ਰਸਤੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ।